ਭਾਰਤ ਦੀ ਸਰਕਾਰ, ਕੇਂਦਰ ਸਰਕਾਰ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਰੀਬ 986 ਕਰੋੜ ਰੁਪਇਆ ਖਰਚ ਕੇ ਇੱਕ ਨਵੇਂ ਤਰ੍ਹਾਂ ਦਾ ਪੈਗਾਸਸ, ਮਤਲਬ ਪੈਗਾਸਸ ਤਾਂ ਹੁਣ ਬੰਦ ਹੈ, ਉਹਦੇ ਮੁਕਾਬਲੇ ਜਾਂ ਕੋਈ ਉਹਦੇ ਜਾਂ ਕੋਈ ਹੋਰ ਉਹ ਜਸੂਸੀ ਸੌਫਟਵੇਅਰ ਖਰੀਦਣੀ ਹੈ। ਸਧਾਰਨ ਜੀ ਗੱਲ, ਮਤਲਬ ਕਿ ਆਮ ਲੋਕਾਂ ਦੇ, ਸਾਰੇ ਲੋਕਾਂ ਦੀ ਗੱਲ ਇਹ ਸਮਝ ਆਊਗੀ ਕਿ ਤੁਸੀਂ ਆਪਣੇ ਫੋਨ ਦੇ ਉੱਤੇ ਜਾ ਕੇ ਗੂਗਲ ਦੇ ਵਿੱਚ ਕੋਈ ਬੂਟਾਂ ਦਾ ਬ੍ਰਾਂਡ ਹੈ ਨਾ, ਕੋਈ ਕਮੀਜ਼ਾਂ ਦਾ ਬ੍ਰਾਂਡ, ਕੋਈ ਬੀਬੀਆਂ ਆਪਣਾ ਗਹਿਣਾ ਟਕਾ, ਕੋਈ ਚੀਜ਼ ਤੁਸੀਂ ਪਰਸ ਸਰਚ ਮਾਰ ਕੇ ਦੇਖੋ, ਤੁਹਾਡੀ ਹਰ ਚੀਜ਼ ਦੇ ਸੋਸ਼ਲ ਮੀਡੀਆ ਨਾਲ ਸੰਬੰਧਿਤ ਚੀਜ਼ ਦੇ ਉੱਤੇ ਜਦੇ ਪਰਸਾਂ ਦੀਆਂ ਐਡਾਂ, ਜਿਹੜੀ ਚੀਜ਼ ਤੁਸੀਂ ਸਰਚ ਮਾਰੋਗੇ ਜੁੱਤੀਆਂ ਦੀਆਂ ਐਡਾਂ ਹੈ ਨਾ, ਕਮੀਜ਼ਾਂ ਦੀਆਂ, ਕੱਪੜਿਆਂ ਦੀਆਂ, ਗਹਿਣਿਆਂ ਦੀਆਂ, ਜਦੇ ਐਡਾਂ ਲੱਗ। ਤੁਸੀਂ ਆਪਣੇ ਗੂਗਲ 'ਤੇ ਸਰਚ ਮਾਰੀ ਆ, ਤੁਹਾਡੀ ਫੇਸਬੁੱਕ ਦੇ ਉੱਤੇ ਵੀ ਹੈ, ਤੁਹਾਡੇ ਵਟਸਐਪ ਦੇ ਆਲੇ ਦੁਆਲੇ ਵੀ, ਤੁਹਾਡੀ ਮੇਲ ਦੇ ਆਲੇ ਦੁਆਲੇ ਵੀ, ਜਿਹੜੀ ਵੀ ਚੀਜ਼ ਤੁਸੀਂ ਨੈੱਟ 'ਤੇ ਜਾ ਕੇ ਖੋਲੋਗੇ ਤੁਹਾਡੇ ਆਲੇ ਦੁਆਲੇ ਉਹੀ ਜਿਹੀ ਚੀਜ਼ ਦੀ ਜਦ ਐਡ ਆਉਣੀ। ਹੁਣ ਜਿਹੜੇ ਪੈਗਾਸਸ ਵਰਗੇ ਦੱਸਦੇ ਨੇ, ਜਿਹੜੇ ਮਾਰ ਨੇ ਇਹਦੇ, ਆਪਾਂ ਤਾਂ ਤਕਨੀਕੀ ਮਾਰ ਨਹੀਂ ਹੈਗੇ, ਮੈਂ ਉਹਨਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਕਿ ਉਹ ਕਹਿੰਦੇ ਕਿ ਉਹ ਇੰਨਾ ਤਕੜਾ ਹੈ ਕਿ ਤੁਹਾਡੇ ਫੋਨ 'ਤੇ ਮਿਸ ਕਾਲ ਵੱਜਣੀ, ਤੁਸੀਂ ਅਨਨੋਨ ਦੇਖਦੇ ਹੋ ਫੋਨ ਚੱਕਿਆ ਵੀ ਨਹੀਂ, ਜਾਂ ਤੁਹਾਡੇ ਚੱਕਣ ਤੋਂ ਸੋਚਣ ਤੋਂ ਪਹਿਲਾਂ ਹੀ ਉਹ ਕੱਟ ਗਿਆ, ਪਰ ਉਹ ਮਿਸ ਕਾਲ ਰਾਹੀਂ ਤੁਹਾਡੇ ਫੋਨ 'ਚੋਂ ਇੰਸਟਾਲ ਹੋ ਜਾਣਾ। ਫੋਨ ਹੁਣ ਬੰਦ ਪਿਆ ਮੇਰਾ, ਆਪਾਂ ਜੋ ਗੱਲਬਾਤ ਕਰ ਰਹੇ ਹਾਂ, ਜਿਹਨੇ ਪੈਗਾਸਸ ਲਿਆ ਹੋਊਗਾ ਉਹ ਤੁਹਾਡੀ ਗੱਲ ਸਿੱਧੀ ਸੁਣ। ਇੱਕ ਰਿਪੋਰਟ ਹੈ, ਹੁਣ ਰਿਪੋਰਟ ਦੇ ਹਵਾਲੇ ਨਾਲ ਹੈ ਕਿ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤ ਦੀ ਸਰਕਾਰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੱਡੇ ਲੋਕਾਂ ਦੀ, ਆਪਣੇ ਵਿਰੋਧੀ ਧਿਰਾਂ ਦੀ, ਮੀਡੀਆ ਅਦਾਰਿਆਂ ਦੀ, ਪੱਤਰਕਾਰਾਂ ਦੀ, ਲੇਖਕਾਂ ਦੀ ਜਾਂ ਬੁੱਧੀਜੀਵੀ ਜਮਾਤ ਦੀ, ਜਾਂ ਆਪਣੇ ਹੀ ਕੁਝ ਲੀਡਰਾਂ ਦੀ ਜਸੂਸੀ ਕਰਾਉਣ ਲਈ ਪੈਗਾਸਸ ਵਰਗਾ ਹੀ ਇੱਕ ਸੌਫਟਵੇਅਰ ਖਰੀਦਣ ਜਾ ਰਹੇ ਨੇ। ਇੱਕ ਜਸੂਸ ਖਰੀਦਣ ਜਿਹੜਾ 12 ਕਰੋੜ ਰੁਪਈਆ ਖਰਚ ਹੋਣਾ। ਕੋਈ ਉਵੇਂ ਹੀ ਹੈ ਕਿ ਇੱਕ ਬਿੱਲੀ ਨੂੰ ਦੇਖ ਕੇ ਕਬੂਤਰ ਨੇ ਅੱਖਾਂ ਬੰਦ ਕਰ ਲਈਆਂ ਤੇ ਉਹੀ ਹਾਲ ਹੈ। ਸੋ ਇਸ ਲਈ ਇਹ ਫੋਨ ਤੁਹਾਡੀ ਸਹੂਲਤ ਲਈ ਘੱਟ, ਤੁਹਾਡੀ ਜਸੂਸੀ ਕਰਨ ਲਈ ਵੱਧ ਨੇ, ਤੇ ਉਹਦੇ ਲਈ ਇੱਕ ਹੋਰ ਤਕੜਾ ਜਸੂਸ ਤੁਹਾਡੇ ਫੋਨਾਂ 'ਚ ਵਾੜਨ ਦੀ ਤਿਆਰੀ ਆ। ਬੇਸ਼ੱਕ ਤੁਸੀਂ ਗਿਣਤੀ ਮਿੰਟ ਦੇ ਹਿਸਾਬ ਨਾਲ ਦੇਖਣਾ ਹੋਵੇ, ਭਾਰਤ ਭੂਸ਼ਣ ਆਸ਼ੂ ਨੂੰ, ਰਵਨੀਤ ਬਿੱਟੂ ਵਰਗੇ 2-4 ਬੰਦੇ ਹੀ ਲੈਣ ਜਾਂਦੇ ਨੇ ਉਹਨਾਂ ਨਾਲ, ਹੈ ਨਾ, ਤੇ ਇੱਧਰ ਨਵਜੋਤ ਸਿੱਧੂ ਨੂੰ ਹਜ਼ਾਰਾਂ ਦੀ ਗਿਣਤੀ 'ਚ ਲੋਕ ਲੈਣ ਜਾਂਦੇ ਨੇ, ਪਰ ਉੱਧਰ ਉਹ ਕਹਿਣ ਨੂੰ ਇੱਕ MP ਗਿਆ ਲੈਣ, ਤੇ ਇੱਧਰ ਕਹਿਣ ਨੂੰ ਕੋਈ ਲੀਡਰ ਨਹੀਂ ਗਿਆ। ਸੋ ਇਹ ਫਰਕ ਹੈਗਾ। ਪ੍ਰਾਪਰਟੀ ਘਪਲੇ ਤਾਂ ਬਹੁਤ ਸੁਣੇ ਨੇ, ਰਜਿਸਟਰੀਆਂ ਦੇ ਘਪਲੇ ਬਹੁਤ ਸੁਣੇ ਨੇ, ਪਰ ਕੌਫੀ ਦੇ ਸਹਾਰੇ, ਮਤਲਬ ਰਜਿਸਟਰੀ ਘੁਟਾਲਾ, ਕੌਫੀ ਦੇ ਸਹਾਰੇ ਜ਼ਮੀਨ ਘੁਟਾਲਾ, ਕੌਫੀ ਦੇ ਸਹਾਰੇ ਪਲਾਟ ਕੋਠੀਆਂ ਦਾ ਘਪਲਾ, ਔਰ ਉਹ ਵੀ ਖਾਸ ਕਰ ਉਦਯੋਗ ਨਗਰ ਪੰਜਾਬ ਦੇ ਲੁਧਿਆਣਾ 'ਚ। ਸਤਿ ਸ਼੍ਰੀ ਅਕਾਲ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਵੱਡੀਆਂ ਖਬਰਾਂ ਤੇ ਚਰਚਾ ਕੀਤੀ ਜਾਂਦੀ ਹੈ। ਉਹ ਵੱਡੀਆਂ ਖਬਰਾਂ ਚਾਹੇ ਪੰਜਾਬ ਦੇ ਨਾਲ ਸੰਬੰਧਿਤ ਹੋਣ ਜਾਂ ਫਿਰ ਦੇਸ਼ਾਂ ਵਿਦੇਸ਼ਾਂ ਦੇ ਨਾਲ ਸੰਬੰਧਿਤ ਹੋਣ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਵਿੱਚ ਉਹਨਾਂ ਦਾ ਸਵਾਗਤ ਕਰਦੇ ਹਾਂ। ਸਵਾਗਤ ਸਰ ਤੁਹਾਡਾ ਪ੍ਰੋਗਰਾਮ ਡਿਸਕਸ਼ਨ ਪੁਆਇੰਟ। ਸ਼ੁਕਰੀਆ ਜਤਿੰਦਰ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੀਪਕ ਜੀ, ਕਿਵੇਂ ਵੇਖਦੇ ਹੋ, ਕਹਿੰਦੇ ਕਿ ਹੁਣ ਤੁਹਾਡੀ ਜਾਸੂਸੀ ਕਰਨ ਦੇ ਲਈ ਕੇਂਦਰ ਸਰਕਾਰ ਦੇ ਵੱਲੋਂ ਨਵਾਂ ਪੈਗਾਸਸ ਲਿਆਂਦਾ ਜਾਵੇਗਾ, ਕਿਉਂਕਿ ਪਹਿਲਾਂ ਵੀ ਇਸ 'ਤੇ ਕਾਫੀ ਹੰਗਾਮਾ ਵੀ ਹੋਇਆ ਸੀ, ਸਦਨ ਦੇ ਵਿੱਚ ਕਾਫੀ ਬਹਿਸ ਵੀ ਹੋਈ ਸੀ। ਤੁਸੀਂ ਵੀ ਬੀਤੇ ਦਿਨ ਚਰਚਾ ਕਰ ਰਹੇ ਸੀ ਕਿ ਜੇਕਰ ਤੁਹਾਡਾ ਫੋਨ ਬੰਦ ਵੀ ਹੈ, ਉਸ ਤੋਂ ਬਾਅਦ ਵੀ ਜੋ ਤੁਸੀਂ ਕਰ ਰਹੇ ਹੋ, ਜੋ ਬੋਲ ਰਹੇ ਹੋ, ਉਹ ਬੰਦ ਫੋਨ ਦੇ ਵਿੱਚ ਵੀ ਰਿਕਾਰਡ ਹੋ ਰਿਹਾ ਹੈ, ਤੁਹਾਡੀ ਪਲ-ਪਲ ਦੀ ਜਾਣਕਾਰੀ ਉੱਧਰ ਪਹੁੰਚ ਰਹੀ ਹੈ, ਤੇ ਹੁਣ ਕਹਿੰਦੇ ਕਿ ਕੇਂਦਰ ਸਰਕਾਰ ਨਵਾਂ ਪੈਗਾਸਸ ਖਰੀਦਣ ਜਾ ਰਹੀ ਹੈ। ਕਿਵੇਂ ਵੇਖਦੇ ਹੋ? ਬਿਲਕੁਲ ਜਤਿੰਦਰ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਿਛਲੇ ਸਾਲ 2021 ਦੇ ਵਿੱਚ ਜੀ ਕੇਂਦਰ ਦੇ ਉੱਤੇ ਇਸ ਮਾਮਲੇ 'ਚ ਉਹਨਾਂ ਦਾ ਵਿਰੋਧ ਹੋਇਆ, ਰੋਸਾ ਹੋਇਆ, ਉਹਨਾਂ ਦੀ ਘੇਰਾਬੰਦੀ ਕਿ ਤੁਸੀਂ ਪੈਗਾਸਸ ਨਾਂ ਦਾ ਜਾਂ ਉਹਦੇ ਨਾਲ ਸੰਬੰਧਿਤ ਕੋਈ ਜਸੂਸੀ ਜਿਹੜੇ ਉਹ ਸੌਫਟਵੇਅਰ ਨੇ ਉਹ ਹਾਇਰ ਕੀਤੇ ਨੇ, ਤੇ ਤੁਸੀਂ ਲੋਕਾਂ ਦੇ ਫੋਨ, ਵੱਡੇ ਮਤਲਬ ਲੀਡਰਾਂ ਦੇ, ਜੱਜਾਂ ਦੇ, ਵਕੀਲਾਂ ਦੇ, ਸਾਹਿਤਕਾਰਾਂ ਦੇ, ਲੇਖਕਾਂ ਦੇ, ਪੱਤਰਕਾਰਾਂ ਦੇ ਟੇਪ ਕਰਦੇ ਹੋ, ਕਲਾਕਾਰਾਂ ਦੇ ਫੋਨ ਟੇਪ ਕਰਦੇ ਹੋ, ਤੇ ਉਹ 'ਚੋਂ ਰਿਕਾਰਡ ਇਕੱਠਾ। ਕਿਉਂਕਿ ਅੱਗੇ ਹੁੰਦਾ ਸੀ, ਕਹਿੰਦੇ ਕਿ ਲੋਕਾਂ ਦੇ ਘਰ ਲੈਂਡਲਾਈਨ ਲੱਗਿਆ ਤੇ ਉਹ ਲੈਂਡਲਾਈਨ ਦੀ ਤਾਰ 'ਚੋਂ ਕਹਿੰਦੇ ਕਨੈਕਸ਼ਨ ਲੈ ਕੇ ਫੋਨ ਸੁਣ ਲਿਆ ਜਾਂਦਾ ਸੀ ਜੀ। ਸੋ ਫਿਰ ਮੋਬਾਈਲ ਆ ਗਏ, ਫਿਰ ਕਹਿੰਦੇ ਜੀ ਇਹਦੇ ਨਾਲ ਹੀ ਹੁਣ WhatsApp ਚੀਜ਼ਾਂ ਆ ਗਈਆਂ, ਕੁਛ ਇੰਨੇ ਸੌਫਟਵੇਅਰ ਆ ਗਏ ਜਿਹਦੇ ਨਾਲ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਕਿਸੇ ਰਿਕਾਰਡ 'ਚ ਨਾ ਹੋਵੇ। ਪਰ ਹੁਣ ਉਹਦੇ ਲਈ ਵੀ ਇੱਕ ਜਸੂਸੀ ਕਰਨ ਦੇ ਲਈ ਇਹੋ ਜਿਹੀਆਂ ਚੀਜ਼ਾਂ ਸਾਹਮਣੇ। ਤਾਂ ਪੈਗਾਸਸ ਵਿਵਾਦਤ ਹੋਇਆ ਜੀ, ਅਮਰੀਕਾ ਤੱਕ 'ਚ ਇਹਦੇ ਪਰ ਬੈਨ ਲੱਗਿਆ।
ਤੇ ਪਰ ਹੁਣ ਵਿਰੋਧੀ ਪਾਰਟੀਆਂ ਦੀ ਮੰਨੀਏ ਜੀ ਜਾਂ ਇੱਕ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਨੂੰ ਮੈਂ ਮੰਨਾਂ ਤਾਂ ਉਹਦੇ ਆਧਾਰ ਤੇ ਦਮ ਭਰਿਆ ਜਾ ਰਿਹਾ ਕਿ ਭਾਰਤ ਦੀ ਸਰਕਾਰ, ਜੀ ਕੇਂਦਰ ਸਰਕਾਰ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕਰੀਬ 986 ਕਰੋੜ ਰੁਪਈਆ ਖਰਚ ਕੇ ਜੀ। ਇੱਕ ਨਵੇਂ ਤਰ੍ਹਾਂ ਦਾ ਪੈਗਾਸਸ, ਮਤਲਬ ਪੈਗਾਸਸ ਤਾਂ ਹੁਣ ਬੰਦ ਹੈ, ਜੀ। ਉਹਦੇ ਮੁਕਾਬਲੇ ਦਾ ਕੋਈ ਉਹੇ ਜਾਂ ਕੋਈ ਹੋਰ ਉਹ ਜਸੂਸੀ ਸੌਫਟਵੇਅਰ ਖਰੀਦਣ ਦੀ ਤਿਆਰੀ 'ਚ ਹੈ। ਇਹ ਤੱਥ ਉਸ ਰਿਪੋਰਟ ਦੇ ਹਵਾਲਿਆਂ ਸਾਹਮਣੇ ਆਏ ਨੇ। ਜੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਜਤਿੰਦਰ ਜੀ ਕਿ ਫੋਨ ਟੈਪ ਹੋਣਾ, ਤੁਸੀਂ ਇੱਕ ਸਧਾਰਨ ਜੀ ਗੱਲ, ਮਤਲਬ ਕਿ ਆਮ ਲੋਕਾਂ ਦੇ, ਸਾਰੇ ਲੋਕਾਂ ਦੀ ਗੱਲ ਇਹ ਸਮਝ ਆਊਗੀ ਕਿ ਤੁਸੀਂ ਆਪਣੇ ਫੋਨ ਦੇ ਉੱਤੇ ਜਾ ਕੇ ਗੂਗਲ ਦੇ ਵਿੱਚ ਕੋਈ ਬੂਟਾਂ ਦਾ ਬ੍ਰਾਂਡ ਜੀ ਹੈ ਨਾ, ਕੋਈ ਕਮੀਜ਼ਾਂ ਦਾ ਬ੍ਰਾਂਡ, ਕੋਈ ਬੀਬੀਆਂ ਆਪਣਾ ਗਹਿਣਾ ਟਕਾ, ਕੋਈ ਚੀਜ਼ ਤੁਸੀਂ ਪਰਸ ਸਰਚ ਮਾਰ ਕੇ ਦੇਖ ਲਓ, ਤੁਹਾਡੀ ਹਰ ਚੀਜ਼ ਦੇ ਸੋਸ਼ਲ ਮੀਡੀਆ ਨਾਲ ਸੰਬੰਧਿਤ ਚੀਜ਼ ਦੇ ਉੱਤੇ ਜਦੇ ਪਰਸਾਂ ਦੀਆਂ ਐਡਾਂ, ਜਦ ਜਿਹੜੀ ਚੀਜ਼ ਤੁਸੀਂ ਸਰਚ ਮਾਰੋਗੇ, ਜੁੱਤੀਆਂ ਦੀਆਂ ਐਡਾਂ ਹੈ ਨਾ, ਕਮੀਜ਼ਾਂ ਦੀਆਂ, ਕੱਪੜਿਆਂ ਦੀਆਂ, ਗਹਿਣਿਆਂ ਦੀਆਂ, ਜਦੇ ਐਡਾਂ ਆ ਜਾਣਗੀਆਂ। ਬਿਲਕੁਲ। ਤੁਸੀਂ ਆਪਣੇ ਗੂਗਲ ਤੇ ਸਰਚ ਮਾਰੀ ਆ, ਤੁਹਾਡੀ ਫੇਸਬੁੱਕ ਦੇ ਉੱਤੇ ਵੀ ਜੀ ਹੈ, ਤੁਹਾਡੇ WhatsApp ਦੇ ਆਲੇ ਦੁਆਲੇ ਵੀ, ਤੁਹਾਡੀ ਈਮੇਲ ਦੇ ਆਲੇ ਦੁਆਲੇ ਵੀ, ਜਿਹੜੀ ਵੀ ਚੀਜ਼ ਤੁਸੀਂ ਨੈੱਟ ਤੇ ਜਾ ਕੇ ਖੋਲੋਗੇ ਤੁਹਾਡੇ ਆਲੇ ਦੁਆਲੇ ਉਹੀ ਜੀ ਚੀਜ਼ ਦੀ ਜਦੇ ਐਡ ਆਉਣ ਲੱਗ ਜੂਗੀ। ਮਾਰ ਤਾਂ ਇੱਥੋਂ ਤੱਕ ਦੱਸਦੇ ਨੇ ਜੀ, ਉਹ ਕਹਿੰਦੇ ਕਿ ਤੁਸੀਂ ਆਪਣਾ ਫੋਨ ਰੱਖ ਕੇ ਚਰਚਾ ਕਰ ਲਓ ਦੋ ਜਣੇ ਜੀ ਕਿ ਹਾਂ ਅਸੀਂ ਵੀ ਮਕਾਨ ਬਣਾਉਣਾ ਨਵਾਂ, ਮੈਂ ਸੋਚਦਾ ਕਿ ਉੱਥੇ ਇਹੋ ਜਿਹਾ ਵਾਸ਼ ਬੇਸ਼ਨ ਲਾ ਲਈਏ, ਇਹੋ ਜਿਹੀਆਂ ਟਾਈਲਾਂ ਲਾ ਲਈਏ। ਉਹ ਤੋਂ ਬਾਅਦ 2 ਘੰਟੇ ਬਾਅਦ ਜਦੋਂ ਤੁਸੀਂ ਨੈੱਟ ਤੇ ਜਾਓਗੇ, ਜੋ ਵੀ ਤੁਸੀਂ ਸਰਚ ਮਾਰੋਗੇ ਤੁਹਾਨੂੰ ਉਹੋ ਜਿਹੇ ਮਕਾਨਾਂ ਦੀਆਂ ਇਸ਼ਤਿਹਾਰ ਆਉਣ ਲੱਗ ਜਾਣਗੇ, ਮਕਾਨਾਂ ਦੇ ਨਕਸ਼ੇ ਆਉਣ ਲੱਗ ਜਾਣਗੇ, ਤੁਹਾਡੇ ਕੋਲ ਉਹੋ ਜਿਹੇ ਉੱਥੇ ਚੀਜ਼ਾਂ ਦਾ ਇੰਟੀਰੀਅਰ ਆਉਣ ਲੱਗ ਜੂਗਾ। ਸੋ ਇਹਦਾ ਮਤਲਬ ਉਹ ਤੁਹਾਡੀ ਗੱਲਬਾਤ ਵੀ, ਤੁਹਾਡਾ ਦਿਮਾਗ ਵੀ ਪੜ੍ਹ ਰਿਹਾ ਜੀ। ਤੇ ਇਹ ਤਾਂ ਹੈ ਇੱਕ ਇੰਟਰਨੈਟ ਰਾਹੀਓ ਜੀ। ਪਰ ਜਦੋਂ ਤੁਹਾਡੇ ਲਈ ਜਸੂਸੀ ਕਰਨ ਲਈ ਤੁਹਾਡੇ ਫੋਨ ਦੇ ਵਿੱਚ ਇੰਸਟਾਲ ਹੀ ਕਰ ਦਿੱਤਾ ਜਾਵੇ। ਜੀ ਹੁਣ ਜਿਹੜੇ ਪੈਗਾਸਸ ਵਰਗੇ ਦੱਸਦੇ ਨੇ, ਜਿਹੜੇ ਮਾਰ ਨੇ ਇਹਦੇ, ਆਪਾਂ ਤਾਂ ਤਕਨੀਕੀ ਮਾਰ ਨਹੀਂ ਹੈਗੇ, ਮੈਂ ਉਹਨਾਂ ਦੇ ਹਵਾਲੇ ਨਾਲ ਗੱਲ ਕਰ ਰਿਹਾ ਕਿ ਉਹ ਕਹਿੰਦੇ ਜੀ ਕਿ ਉਹ ਇੰਨਾ ਤਕੜਾ ਹੈ ਕਿ ਤੁਹਾਡੇ ਫੋਨ ਤੇ ਮਿਸ ਕਾਲ ਵੱਜਣੀ ਆ, ਤੁਸੀਂ ਅਨਨੋਨ ਦੇਖਦੇ ਹੋ ਫੋਨ ਚੱਕਿਆ ਵੀ ਨਹੀਂ, ਜਾਂ ਤੁਹਾਡੇ ਚੱਕਣ ਤੋਂ ਸੋਚਣ ਤੋਂ ਪਹਿਲਾਂ ਹੀ ਉਹ ਕੱਟ ਗਿਆ, ਪਰ ਉਹ ਮਿਸ ਕਾਲ ਰਾਹੀਂ ਤੁਹਾਡੇ ਫੋਨ 'ਚੋਂ ਇੰਸਟਾਲ ਹੋ ਜਾਣਾ, ਤੁਹਾਡੇ WhatsApp ਤੇ ਇੰਸਟਾਲ ਹੋ ਜਾਣਾ ਆਪਣੇ ਆਪੇ। ਸੋ ਇਹ ਤਰੀਕੇ ਨੇ ਕਹਿੰਦੇ ਤੁਹਾਡੇ ਫੋਨ 'ਚ ਦਾਖਲ ਹੋਣ ਦੇ। ਤੇ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇੰਨਾ ਖਤਰਨਾਕ ਹੈ ਕਿ ਆਪਾਂ ਫੋਨ ਹੁਣ ਬੰਦ ਪਿਆ ਮੇਰਾ ਜੀ, ਆਪਾਂ ਜੋ ਗੱਲਬਾਤ ਕਰ ਰਹੇ ਹਾਂ, ਜਿਹਨੇ ਪੈਗਾਸਸ ਲਿਆ ਹੋਊਗਾ ਉਹ ਮੇਰਾ ਔਰ ਤੁਹਾਡੀ ਗੱਲ ਸਿੱਧੀ ਸੁਣ ਸਕਦਾ। ਮੀਟਿੰਗ ਦੇ ਵਿੱਚ, ਚਰਚਾ 'ਚ, ਕਿਤੇ ਕਮਰੇ 'ਚ ਬੈਠੇ ਆ, ਸਾਡਾ ਫੋਨ ਮੇਜ਼ ਤੇ ਅੱਡ ਪਿਆ, ਸਾਡਾ ਸਾਰਾ ਕੁਝ ਸੁਣ ਸਕਦਾ। ਹੋਰ ਛੱਡੋ, ਤੁਹਾਡੇ ਸਾਡੇ ਫੋਨ ਦੀ ਗੈਲਰੀ 'ਚ ਪਈਆਂ ਫੋਟੋਆਂ ਉਹ ਦੇਖ ਸਕਦੇ ਨੇ, ਉਹਦੇ ਵਿੱਚੋਂ ਕੋਈ ਫੋਟੋ ਪਿਕ ਕਰਨੀ ਹੋਵੇ ਪਿਕ ਕਰ ਸਕਦੇ ਨੇ, ਉਹਦੇ ਨਾਲ ਕੋਈ ਛੇੜਖਾਨੀ ਕਰਨੀ ਹੋਵੇ ਛੇੜਖਾਨੀ ਕਰ ਸਕਦੇ ਨੇ, ਸਾਡੀ ਮੇਲ ਚੈੱਕ ਕਰ ਸਕਦੇ ਨੇ, ਉਸ ਮੇਲ ਤੋਂ ਕਿਸੇ ਨੂੰ ਮੈਸੇਜ, ਮੇਰੇ ਸੋਸ਼ਲ ਪਲੇਟਫਾਰਮ ਤੋਂ ਕਿਸੇ ਨੂੰ ਮੈਸੇਜ ਭੇਜ ਸਕਦੇ ਨੇ, ਤੇ ਕਿੰਨੇ ਵਿਵਾਦ ਹੁੰਦੇ ਨੇ ਇਹ। ਸੋ ਉਸੇ ਇਹੋ ਜਿਹੀ ਉਹਦੇ ਵੀ ਛੋਟੇ ਛੋਟੇ ਕੰਨ ਨੇ ਜਿਨ੍ਹਾਂ 'ਚੋਂ ਲੋਕਾਂ ਦੇ ਖਾਤਿਆਂ 'ਚੋਂ ਪੈਸੇ ਉੱਡ ਜਾਂਦੇ ਨੇ, ਜਾਣਕਾਰੀ ਉੱਡ ਜਾਂਦੀ, ਉਹ ਇਹੋ ਜਿਹੇ ਨੇ। ਸੋ ਪਰ ਜਦੋਂ ਸਰਕਾਰਾਂ ਖਰੀਦਦੀਆਂ ਨੇ ਉਹ ਫਿਰ ਸਿਰੇ ਦਾ ਖਰੀਦਦੀਆਂ ਨੇ। ਇੱਕ ਰਿਪੋਰਟ ਹੈ, ਹੁਣ ਰਿਪੋਰਟ ਦੇ ਹਵਾਲੇ ਨਾਲ ਹੈ ਕਿ ਫਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਕਹਿੰਦੀ ਹੈ ਕਿ ਭਾਰਤ ਦੀ ਸਰਕਾਰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਵੱਡੇ ਲੋਕਾਂ ਦੀ, ਆਪਣੇ ਵਿਰੋਧੀ ਧਿਰਾਂ ਦੀ, ਮੀਡੀਆ ਅਦਾਰਿਆਂ ਦੀ, ਪੱਤਰਕਾਰਾਂ ਦੀ, ਲੇਖਕਾਂ ਦੀ ਜਾਂ ਬੁੱਧੀਜੀਵੀ ਜਮਾਤ ਦੀ, ਜਾਂ ਉਹਨਾਂ ਨੂੰ ਲੱਗਦਾ ਜਿਹੜੇ ਇਹਨਾਂ ਦੇ ਬੋਲ ਫੈਸਲਾ ਕੁਲ ਹੋ ਸਕਦੇ ਨੇ, ਸਾਡੇ ਲਈ ਚੁਣੌਤੀ ਬਣ ਸਕਦੇ, ਉਹਨਾਂ ਲੋਕਾਂ ਦੀ, ਜਾਂ ਆਪਣੇ ਹੀ ਕੁਝ ਲੀਡਰਾਂ ਦੀ ਜਸੂਸੀ ਕਰਾਉਣ ਲਈ ਪੈਗਾਸਸ ਵਰਗਾ ਹੀ ਇੱਕ ਸੌਫਟਵੇਅਰ ਖਰੀਦਣ ਜਾ ਰਹੇ ਨੇ। ਇੱਕ ਜਸੂਸ ਖਰੀਦਣ ਜਿਹੜਾ 12 ਕਰੋੜ ਰੁਪਈਆ ਖਰਚ ਹੋਣਾ, ਮਤਲਬ ਕਿ 12 ਕਰੋੜ ਡਾਲਰ ਹੈ ਅਮਰੀਕੀ। 12 ਕਰੋੜ ਅਮਰੀਕੀ ਡਾਲਰ ਦਾ ਮਤਲਬ ਭਾਰਤੀ ਕਰੰਸੀ 'ਚ 986 ਕਰੋੜ ਰੁਪਏ ਹੈ। ਤੇ ਉਹ ਖਰੀਦ ਕੇ ਹੋਣਾ ਕੀ ਹਾਲ, ਉਹ ਦੱਸਦੇ ਨੇ, ਕਹਿੰਦੇ ਜੀ ਇਹ 986 ਕਰੋੜ ਰੁਪਏ ਦਾ ਬਜਟ ਹੈ ਇਹਦੇ ਪਰ। ਗ੍ਰੀਸ, ਇਜ਼ਰਾਈਲ ਵਰਗੀਆਂ ਫਰਮਾਂ ਬੋਲੀ ਲਾਉਣਗੀਆਂ, ਬੋਲੀ ਲਾ ਕੇ ਖਰੀਦਿਆ ਜਾ ਸਕਦਾ। ਭਾਰਤ ਸਰਕਾਰ ਕਹਿੰਦੇ ਜਿਹਾ ਨਵਾਂ ਸਪਾਈਸਵੇਅਰ ਦੀ ਤਲਾਸ਼ ਕਰ ਰਹੀ ਹੈ ਕਿ ਜਿਹੜਾ ਲੋਕਾਂ ਦੇ ਫੋਨ ਦੇ ਵਿੱਚ ਅਸੀਂ ਪੈਗਾਸਸ ਨਾਲੋਂ ਥੋੜਾ ਜਿਹਾ ਥੱਲੇ ਹੋਏ, ਕਿਉਂ ਪੈਗਾਸਸ ਵਿਵਾਦਿਤ ਹੋ ਗਿਆ, ਬੈਨ ਹੋ ਗਿਆ, ਇਸ ਲਈ ਨਵਾਂ ਖਰੀਦ ਲਿਆ, ਕੋਈ ਬਲੈਕ ਲਿਸਟ ਹੈ। ਇਸ ਲਈ ਕਹਿੰਦੇ ਕਿ ਇਹ ਰਿਪੋਰਟ ਸਾਹਮਣੇ ਆ ਰਹੀ ਕਿ 12 ਕੰਪਨੀਆਂ ਭਾਰਤ ਸਰਕਾਰ ਲਈ ਇਹ ਸੁਵਿਧਾ ਉਪਲਬਧ ਕਰਾਉਣ ਲਈ ਬੋਲੀ ਦੇਣ ਲਈ ਤਿਆਰ ਨੇ, ਲਾਈਨ 'ਚ ਲੱਗਣ ਲਈ ਤਿਆਰ ਨੇ ਕਿ ਸਾਡਾ ਮਾਲ ਖਰੀਦੋ। ਸੋ ਉਹਦੇ ਵਿੱਚੋਂ ਪਤਾ ਲੱਗ ਰਿਹਾ ਕਿ ਹੁਣ ਇਹ 986 ਕਰੋੜ ਰੁਪਇਆ ਖਰਚ ਕਰਨਗੇ, 12 ਕੰਪਨੀਆਂ ਇਹਦੇ ਵਿੱਚ ਹੋਣਗੀਆਂ, ਜਿਹਦੇ ਵਿੱਚੋਂ ਕਈ ਦੇਸ਼ਾਂ ਦੀਆਂ, ਮਤਲਬ ਆਸਟ੍ਰੇਲੀਆ, ਇਟਲੀ, ਫਰਾਂਸ, ਬੈਲਰੂਮ, ਸਵਾਈਵਰ ਕੰਪਨੀਆਂ ਨੇ ਜਿਹੜੀਆਂ ਇਹ ਬੋਲੀ ਦੇ ਵਿੱਚ ਸ਼ਾਮਲ ਹੋਣਗੀਆਂ। ਤੇ ਭਾਰਤ ਸਰਕਾਰ ਦੀ ਕਹਿੰਦੇ ਅਧਿਕਾਰੀਆਂ ਦੀ ਇੱਛਾ ਹੈ ਕਿ ਜਿਹੜਾ ਇਜ਼ਰਾਈਲੀ ਹੈ ਜਾਂ ਇਹੋ ਜਿਹੇ ਨੇ ਉਹ ਕੰਪਨੀਆਂ ਸਾਡੇ ਉਹਦੇ ਪਰ ਆ ਜਾਣ। ਤੇ ਇਹਦਾ ਮਤਲਬ ਹੁਣ ਤੁਹਾਡੀ ਜਸੂਸੀ ਕਰਨ ਦੇ ਲਈ ਇੱਕ ਨਵਾਂ, ਆਪਾਂ ਪਹਿਲਾਂ ਹੀ ਗੱਲ ਕਿੰਨਾ ਕੁਝ ਕਰਦੇ ਰਹੇ ਨੇ ਕਿ ਆ ਫੋਨ 'ਚ ਵੀ ਉਹ ਜਾਣਕਾਰੀ ਹਾਸਲ ਕਰ ਸਕਦੇ ਨੇ, ਤੁਹਾਡੀ ਗੱਡੀਆਂ ਦੇ ਉੱਤੇ ਜੇ ਉਹ ਲੱਗੇ GPS ਸਿਸਟਮ ਤਾਂ ਤੁਹਾਡੀ ਗੱਡੀ ਵੀ ਟਰੈਕ ਤੇ ਆ। ਤੇ ਹੁਣ ਜੇਕਰ ਉਹ ਚਾਹਣਗੇ,
ਹੁਣ ਲੋਕਾਂ ਨੂੰ ਕਈਆਂ ਨੂੰ ਲੱਗਦਾ ਕਿ WhatsApp ਕਾਲ ਤੇ ਗੱਲ ਕਰ ਲਓ ਸ਼ਾਇਦ ਉਹ ਰਿਕਾਰਡ ਨਹੀਂ ਹੁੰਦੀ। ਇਹ ਆਪਣਾ ਭਰਮ ਹੈ ਕਿ ਜਿਹੜਾ ਬੰਦਾ ਫੋਨ ਸੁਣ ਸਕਦਾ ਤੁਹਾਡਾ ਉਹ ਫਿਰ WhatsApp ਦੇ ਕਾਲ ਦਾ ਵੀ ਹੱਲ ਲੱਭ ਸਕਦਾ। ਇੱਕ ਮਨ ਨੂੰ ਸਕੂਨ ਦੇਣ ਵਾਲੀ ਉਹ ਗੱਲ ਹੁੰਦੀ ਹੈ ਨਾ। ਸੋ ਇਹ ਉਵੇਂ ਹੀ ਹੈ ਕਿ ਬਿੱਲੀ ਨੂੰ ਦੇਖ ਕੇ ਕਬੂਤਰ ਨੇ ਅੱਖਾਂ ਬੰਦ ਕਰ ਲਈਆਂ ਤੇ ਉਹੀ ਹਾਲ ਹੈ। ਸੋ ਇਸ ਲਈ ਇਹ ਫੋਨ ਤੁਹਾਡੀ ਸਹੂਲਤ ਲਈ ਘੱਟ, ਤੁਹਾਡੀ ਜਸੂਸੀ ਕਰਨ ਲਈ ਵੱਧ ਨੇ, ਤੇ ਉਹਦੇ ਲਈ ਇੱਕ ਹੋਰ ਤਕੜਾ ਜਸੂਸ ਤੁਹਾਡੇ ਫੋਨਾਂ 'ਚ ਵਾੜਨ ਦੀ ਤਿਆਰੀ ਆ। ਤੇ ਜਿਹੜਾ ਹੁਣ ਇਹ ਰਿਪੋਰਟ ਦਾ ਜਵਾਬ ਦੇਵੇ। ਵਿਰੋਧੀ ਪਾਰਟੀ ਤਾਂ ਵਿਰੋਧੀ ਦਲ ਤਾਂ ਸਿੱਧਾ ਕਹਿ ਰਹੇ ਨੇ ਕਿ ਜੀ ਇਹ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਫੋਨ ਹੈਕ ਕਰਨ ਲਈ, ਲੀਡਰਾਂ ਦੇ ਫੋਨ ਹੈਕ ਕਰਨ ਲਈ ਇਹ ਜਸੂਸੀ ਦਾ ਅੱਡ ਹੈ। ਜੇ ਨਹੀਂ ਹੈ ਤਾਂ ਕੇਂਦਰ ਸਰਕਾਰ ਜਵਾਬ ਦੇਵੇ। ਸਿੱਧਾ ਉਹਦੇ 'ਤੇ ਦੋਸ਼ ਲੱਗ ਰਿਹਾ। ਉਹ ਫਾਈਨੈਂਸ਼ੀਅਲ ਦੀ ਰਿਪੋਰਟ ਹੈ, ਟਾਈਮਜ਼ ਦੀ ਰਿਪੋਰਟ ਹੈ। ਸੋ ਕਿਉਂਕਿ ਇਹ ਦੋਸ਼ ਇਸ ਲਈ ਜਾਇਜ਼ ਲੱਗਦੇ ਨੇ ਕਿ ਪੈਗਾਸਸ ਵਿਵਾਦਿਤ ਰਿਹਾ, ਉਹਨੂੰ ਲੈ ਕੇ ਸੰਸਦ 'ਚ ਚਰਚਾ ਹੋਈ, ਉਹਨੂੰ ਲੈ ਕੇ ਸੁਪਰੀਮ ਕੋਰਟ ਤੱਕ ਚਰਚਾ ਹੋਈ, ਤੇ ਇਹ ਅਮਰੀਕਾ ਤੱਕ 'ਚ ਬੈਨ ਹੋਇਆ ਤੇ ਦੇਸ਼ ਦੁਨੀਆ ਭਰ 'ਚ ਬਲੈਕ ਲਿਸਟ ਦੇ ਖਾਤੇ 'ਚ ਹੈ। ਪਰ ਉਹ ਤੋਂ ਬਾਅਦ ਵੀ ਹੁਣ ਕਿੰਨੇ ਹੀ ਪੈਗਾਸਸ ਆ ਗਏ। ਇੱਥੇ ਆਪਾਂ ਦੇਖਦੇ ਹਾਂ ਕੋਈ ਚੀਜ਼ ਖੜਦੀ ਉਹਦਾ ਬਦਲ ਜਦੇ ਆ ਜਾਂਦਾ ਨਾ, ਡੁਪਲੀਕੇਟ। ਸੋਹਣੇ ਉਹਦੇ ਡੁਪਲੀਕੇਟ ਖਰੀਦਣ ਦੀ ਤਿਆਰੀ ਆ। ਤੇ ਇਹਦਾ ਮਤਲਬ ਸਰਕਾਰਾਂ ਕਿਸ ਹੱਦ ਤੱਕ ਆ ਗਈਆਂ ਕਿ ਲੋਕਾਂ ਦੀ ਨਿੱਜਤਾ ਤੇ ਹਮਲਾ, ਜਸੂਸੀ ਕਰਕੇ ਚੋਣਾਂ ਜਿੱਤਣ ਦੇ ਪੈਮਾਨੇ, ਤੇ ਉਹ ਤਰੀਕਿਆਂ ਦੇ ਵਿੱਚੋਂ ਹੁਣ ਫਿਰ ਇਹ ਤਰੀਕਾ ਅਪਣਾਇਆ ਜਾ ਰਿਹਾ। ਜਾਂ ਸਰਕਾਰ ਜਵਾਬ ਦੇਵੇ, ਨਹੀਂ ਪਰ ਅਦਾਲਤ ਦੇ ਵਿੱਚ ਇਹ ਮਾਮਲਾ ਵੱਡਾ ਵੀ ਆ ਸਕਦਾ। ਬਿਲਕੁਲ। ਤਾਂ ਦੀਪ ਜੀ, ਨਵਜੋਤ ਸਿੰਘ ਸਿੱਧੂ 1 ਅਪ੍ਰੈਲ ਨੂੰ ਜੇਲ੍ਹ ਤੋਂ ਰਿਹਾ ਹੋ ਗਏ ਨੇ ਤੇ ਆਉਣ ਸਾਰੀ ਉਹਨਾਂ ਨੇ ਜਿੱਦਾਂ ਕਹਿੰਦੇ ਹੁੰਦੇ ਕਿ ਗਰਜ ਕੇ ਬੋਲਿਆ। ਉਹਨਾਂ ਨੇ ਜੋ ਵੀ ਕਹਿੰਦੇ ਕਿ ਅੰਦਰ ਜੇਲ੍ਹ 'ਚ ਬੰਦ ਸੀਗੇ ਉਦੋਂ ਤੱਕ ਕੁਝ ਵੀ ਨਹੀਂ ਉਹਨਾਂ ਨੇ ਬੋਲਿਆ, ਪਰ ਜਿਵੇਂ ਹੀ ਉਹ ਜੇਲ੍ਹ ਤੋਂ ਬਾਹਰ ਨਿਕਲੇ ਤਾਂ ਆਉਣ ਸਾਰ ਉਹਨਾਂ ਦੇ ਵੱਲੋਂ ਉਸੇ ਅੰਦਾਜ਼ ਦੇ ਵਿੱਚ ਕਾਫੀ ਬਿਆਨਬਾਜ਼ੀ ਵੀ ਕੀਤੀ ਗਈ। ਤੇ ਅੱਜ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰਨੀ ਹੈ। ਤੇ ਉੱਥੇ ਹੀ ਜਿਵੇਂ ਪਹਿਲਾਂ ਹੀ ਚਰਚਾ ਕਰ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਬਾਹਰ ਆਉਣ ਤੇ ਸਿਆਸੀ ਧਿਰਾਂ ਦੇ ਵਿੱਚ ਖਲਬਲੀ ਹੈ, ਖਾਸ ਕਰਕੇ ਕਾਂਗਰਸ ਦੀ ਸਥਿਤੀ ਨੂੰ ਜੇਕਰ ਵੇਖਿਆ ਜਾਵੇ। ਕਹਿੰਦੇ ਕਿ ਪੰਜਾਬ ਕਾਂਗਰਸ ਤੋਂ ਤਾਂ ਨਵਜੋਤ ਸਿੰਘ ਸਿੱਧੂ ਦੂਰ ਨੇ, ਪਰ ਹਾਈਕਮਾਨ ਨਵਜੋਤ ਸਿੰਘ ਸਿੱਧੂ ਨੂੰ ਗਲੇ ਲਾਵੇਗੀ। ਤੇ ਰਾਹੁਲ ਗਾਂਧੀ ਨੇ ਵੀ ਫੋਨ ਤੇ ਗੱਲਬਾਤ ਕੀਤੀ ਸੀ, ਹਾਲ ਚਾਲ ਜਾਣਿਆ ਸੀ ਸਿੱਧੂ ਦਾ। ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਔਰ ਆਪਾਂ ਇਸੇ ਪ੍ਰੋਗਰਾਮ 'ਚ ਰਿਹਾਈ ਵਾਲੇ ਦਿਨ ਗੱਲ ਕਰ ਰਹੇ ਸੀਗੇ ਕਿ ਹਾਂ ਜੀ ਮਤਲਬ ਕਿ ਨਵਜੋਤ ਸਿੰਘ ਸਿੱਧੂ ਜੇਕਰ ਕੱਲ੍ਹ ਨੂੰ ਬਾਹਰ ਆਉਂਦੇ ਨੇ ਤਾਂ ਤੁਸੀਂ ਦੇਖਿਓ ਸਿਆਸੀ ਭੁਚਾਲ ਵੀ ਆਉਣਾ। ਤੇ ਉਸੇ ਤਰ੍ਹਾਂ ਢੋਲ ਢਮੱਕੇ, ਲੱਡੂ, ਸਮੋਸੇ, ਹੈ ਨਾ, ਉਹ ਸਾਰਾ ਕੁਝ ਵੰਡਿਆ ਗਿਆ, ਹਾਰ, ਸਵਾਗਤ। ਤੇ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਵਿਰੋਧੀ ਦਲਾਂ ਨੇ ਸਵਾਲ ਵੀ ਖੜੇ ਕੀਤੇ ਕਿ ਕਿਹੜੀ ਜੰਗ ਜਿੱਤ ਕੇ ਆਇਆ ਨਵਜੋਤ ਸਿੱਧੂ, ਠੀਕ ਹੈ ਨਾ। ਜਿਹੇ ਜਿਹੇ ਮਾਮਲੇ 'ਚ ਅੰਦਰ ਸੀ ਉਹਦੇ, ਉਸ ਮਾਮਲੇ 'ਚ ਇਹੋ ਜਿਹਾ ਸਵਾਗਤ, ਮਤਲਬ ਕਿ ਇਹ ਵੀ ਕਈ ਲੀਡਰਾਂ ਨੇ ਕਿਹਾ ਕਿ ਦੇਖੋ ਜੀ ਉਹਨਾਂ ਦੇ ਬੱਚੇ ਉਡੀਕ ਰਹੇ ਸੀ ਸਾਲ ਤੋਂ, ਤੇ ਬੱਚੇ ਤਾਂ ਉਹਦੇ ਵੀ ਉਡੀਕ ਰਹੇ ਹੋਣੇ ਜਿਹੜਾ ਬੰਦਾ ਚਲਾ ਗਿਆ ਇਸ ਦੁਨੀਆ ਤੋਂ, ਜਿਸ ਮਾਮਲੇ 'ਚੋਂ ਅੰਦਰ ਗਿਆ, ਕਿ ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਹੁਣ ਮੁੜਨਾ ਹੀ ਨਹੀਂ ਗਾ ਨਾ। ਤਾਂ ਇਸ ਲਈ ਉਹਨਾਂ ਦੀਆਂ ਭਾਵਨਾਵਾਂ ਉਸ ਦਿਨ ਦੁਬਾਰਾ ਫਿਰ ਕਿਵੇਂ ਠੇਸ ਪਹੁੰਚੀ ਹੋਣੀਆਂ। ਸੋ ਇਸ ਲਈ ਇਹਨੂੰ ਸਾਦਗੀ ਵੀ ਰੱਖੀ ਜਾ ਸਕਦੀ ਸੀ। ਤੁਸੀਂ ਮਤਲਬ ਕਿ ਇਸ ਚੀਜ਼ ਨੂੰ ਜਦੋਂ ਰਾਜਨੀਤੀ ਜਾਣਾ ਉਸ ਸਮੇਂ ਤੁਸੀਂ ਉਸ ਨੂੰ ਜਿਵੇਂ ਮਰਜ਼ੀ ਵਰਤ ਲਓ, ਬੋਲ ਲਓ, ਜਿੱਥੇ ਜਾਣਾ ਰੈਲੀਆਂ 'ਚ ਚਲੇ ਜਾਓ, ਪਰ ਉਹ ਜੇਲ੍ਹ 'ਚੋਂ ਆਉਣ ਲੱਗੇ ਮੈਨੂੰ ਇਹਨੂੰ ਆਰਾਮ ਨਾਲ ਸਾਦਗੀ ਨਾਲ ਵੀ ਆਇਆ ਜਾ ਸਕਦਾ ਸੀ। ਉਹਦੇ ਨਾਲ ਮੈਨੂੰ ਲੱਗਦਾ ਨਵਜੋਤ ਸਿੱਧੂ ਦਾ ਕੱਦ ਹੋਰ ਵੱਡਾ ਹੋਣਾ ਸੀ ਕਿ ਠੀਕ ਹੈ ਇਹ ਸਜ਼ਾ ਨੂੰ ਔਰ ਮੇਰੇ ਬਾਹਰ ਆਉਣ ਨੂੰ, ਦੋਵੇਂ ਚੀਜ਼ਾਂ ਨੂੰ ਵੱਖਰੇ ਵੱਖਰੇ ਤਰ੍ਹਾਂ ਤੇ ਦੇਖੋ, ਉਹਨੂੰ ਇਹਦੇ ਨਾਲ ਨਾ ਜੋੜੋ। ਸੋ ਇਸ ਲਈ ਆਰਾਮ ਨਾਲ ਆਉਂਦੇ, ਆਪਣੇ ਘਰੇ ਜਾਂਦੇ, ਆਪਣੇ ਪਰਿਵਾਰ ਨੂੰ ਮਿਲਦੇ, ਉਸ ਤੋਂ ਬਾਅਦ 2 ਦਿਨਾਂ ਬਾਅਦ ਨਿਕਲ ਕੇ ਜੋ ਮਰਜ਼ੀ ਕਰਦੇ। ਪਰ ਚਲੋ ਇਹ ਹੁਣ ਉਹ ਕਹਿਣਗੇ ਕਿ ਮੈਂ ਤਾਂ ਨਹੀਂ ਕੀਤਾ, ਕਿਉਂਕਿ ਵਰਕਰਾਂ ਦੀ ਭਾਵਨਾਵਾਂ ਸੀ, ਮੇਰੇ ਪ੍ਰਤੀ ਪਿਆਰ ਸੀ, ਇਸ ਲਈ ਲੋਕ ਆਏ ਤੇ ਮੈਨੂੰ ਜੀ ਆਇਆਂ ਕਿਹਾ, ਢੋਲ ਵੱਜੇ। ਪਰ ਉਹਨਾਂ ਚਿਹਰਿਆਂ ਦੇ ਵਿੱਚ ਕਾਂਗਰਸ ਦਾ ਕੋਈ ਨਾਮੀ ਚਿਹਰਾ, ਕੋਈ ਪਹਿਚਾਣਿਆ ਚਿਹਰਾ, ਕੋਈ ਪਾਰਟੀ ਦੀ ਮੁਰਲੀ ਟੀਮ ਦਾ ਚਿਹਰਾ, ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਚਿਹਰਾ ਨਜ਼ਰ ਨਹੀਂ ਆਇਆ। ਬੇਸ਼ੱਕ ਤੁਸੀਂ ਗਿਣਤੀ ਮਿੰਟ ਦੇ ਹਿਸਾਬ ਨਾਲ ਦੇਖਣਾ ਹੋਵੇ, ਭਾਰਤ ਭੂਸ਼ਣ ਆਸ਼ੂ ਨੂੰ, ਰਵਨੀਤ ਬਿੱਟੂ ਵਰਗੇ 2-4 ਬੰਦੇ ਹੀ ਲੈਣ ਜਾਂਦੇ ਨੇ ਉਹਨਾਂ ਨਾਲ, ਹੈ ਨਾ, ਤੇ ਇੱਧਰ ਨਵਜੋਤ ਸਿੱਧੂ ਨੂੰ ਹਜ਼ਾਰਾਂ ਦੀ ਗਿਣਤੀ 'ਚ ਲੋਕ ਲੈਣ ਜਾਂਦੇ ਨੇ। ਪਰ ਉਧਰ ਉਹ ਕਹਿਣ ਨੂੰ ਇੱਕ MP ਗਿਆ ਲੈਣ, ਤੇ ਇੱਧਰ ਕਹਿਣ ਨੂੰ ਕੋਈ ਲੀਡਰ ਨਹੀਂ ਆਇਆ। ਸੋ ਇਹ ਫਰਕ ਹੈਗਾ। ਪਰ ਇਹ ਸਭ ਦਾ ਅਰਥ ਸਿੱਧਾ ਨਿਕਲਦਾ ਕਿ ਨਵਜੋਤ ਸਿੱਧੂ ਤੋਂ ਵਿਰੋਧੀ ਧਿਰਾਂ ਤਾਂ ਖੌਫਜ਼ਦਾ ਹੈਗੀਆਂ ਹੀ ਹੈਗੀਆਂ, ਚਾਹੇ ਉਹ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲ ਹੋਵੇ, ਚਾਹੇ ਉਹ ਅਗਲੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਹੋਵੇ, ਜਾਂ ਹਾਲ ਹੀ 'ਚ ਹੋਣ ਵਾਲੀ ਜਿਮਨੀ ਚੋਣ ਹੋਵੇ, ਚਾਹੇ ਉਹਨਾਂ ਦੀ ਗਤੀਵਿਧੀਆਂ ਨੂੰ ਲੈ ਕੇ ਕਿ ਉਹ ਪੋਤੜੇ ਫਰੋਲ ਦਿੰਦੇ ਨੇ, ਜਿਵੇਂ ਉਹਨੂੰ ਲੈ ਕੇ ਸਾਲ ਦੀ ਰਿਪੋਰਟ ਕਾਰਡ ਦਾ ਫਿਕਰ ਹੋਵੇ ਆਮ ਆਦਮੀ ਪਾਰਟੀ ਨੂੰ। ਪਰ ਸਾਰਿਆਂ ਨਾਲੋਂ ਵੱਧ ਫਿਕਰ ਕਾਂਗਰਸ ਨੂੰ ਹੈ, ਕਾਂਗਰਸ ਦੇ ਲੀਡਰਾਂ ਨੂੰ ਹੈ। ਖਾਸ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜ਼ਰੂਰ ਹੋਣਾ ਕਿਤੇ ਫੇਰ ਨਾ ਪ੍ਰਧਾਨ ਬਣਾ ਦੇਣ। ਪਰ ਉਹਨੇ ਇੱਕ ਵਾਰ ਇਹ ਖਦਸ਼ਾ ਪ੍ਰਗਟਾਇਆ ਹੋਇਆ ਸੀ ਕਿ ਪਤਾ ਨਹੀਂ ਮੈਨੂੰ ਕਦ ਲਾ ਦੇਣਾ ਕਿਸੇ ਨੇ। ਸੋ ਇਸ ਲਈ ਕਾਂਗਰਸ ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹ ਲੀਡਰਸ਼ਿਪ ਦੂਰ ਹੈ। ਜਦੋਂ ਕਿ ਪਿਛਲੀ ਵਾਰ ਜਦੋਂ ਰਿਹਾਈ ਦੀ ਚਰਚਾ ਚੱਲੀ ਸੀ ਤਾਂ ਕਹਿੰਦੇ ਪ੍ਰਿੰਕਾ ਗਾਂਧੀ ਨੇ ਖੁਦ ਕਿਹਾ ਸੀ ਸਾਰੀ ਲੀਡਰਸ਼ਿਪ ਨੂੰ ਕਿ ਤੁਸੀਂ ਉੱਥੇ ਖੜੇ ਹੋਣੇ ਚਾਹੀਦੇ ਹੋ। ਤੇ ਇਸ ਵਾਰ ਉਹ ਤਾਲਮੇਲ ਨਹੀਂ ਹੋ ਸਕਿਆ, ਇਸ ਵਾਰ ਉਹ ਸੁਨੇਹੇ ਨਹੀਂ ਲੱਗ ਸਕੇ, ਜਦੋਂ ਕਿ ਪਤਾ ਲੱਗ ਰਿਹਾ ਕਿ ਹਾਈ ਕਮਾਂਡ ਵੱਲੋਂ ਸੁਨੇਹਾ ਆਇਆ ਸੀ ਕਿ ਸਾਰੇ ਪ੍ਰੋਗਰਾਮ ਰੱਦ ਕਰਕੇ ਨਵਜੋਤ ਸਿੱਧੂ ਦੇ ਲਈ ਪਹੁੰਚੋ, ਪਰ ਤਾਂ ਵੀ ਨਹੀਂ ਪਹੁੰਚੇ। ਇਹਦਾ ਮਤਲਬ ਇਹ ਦੂਰੀ ਵਧੀ ਹੋਈ ਹੈ। ਪਰ ਨਵਜੋਤ ਸਿੱਧੂ ਹੁਣ ਆਪਣੇ ਆਪ ਨੂੰ ਕਾਂਗਰਸੀ ਦਿਖਾ ਰਹੇ ਨੇ। ਉਹ ਆਪਣੇ ਆਪ ਨੂੰ ਰਾਹੁਲ ਦੇ, ਪ੍ਰਿੰਕਾ ਦੇ, ਜਿਵੇਂ ਉਹਨਾਂ ਦੀ ਤਾਰੀਫਾਂ ਦੇ ਪੁਲ ਬੰਨੇ,
ਕ੍ਰਾਂਤੀ ਆਉਂਦੀ ਹੈ, ਕਹਿੰਦੇ ਜਦੋਂ ਵੀ ਦਬਾਅ ਦੀ ਰਾਜਨੀਤੀ ਆਉਂਦੀ ਹੈ, ਜਦੋਂ ਵੀ ਲੋਕਤੰਤਰ ਦਾ ਖਤਮ ਹੁੰਦਾ ਕ੍ਰਾਂਤੀ, ਤੇ ਉਹ ਕ੍ਰਾਂਤੀ ਹੁਣ ਰਾਹੁਲ ਗਾਂਧੀ ਹੈ ਜੀ। ਸੋ ਇਸ ਲਈ ਉਹਨਾਂ ਨੇ ਤਾਂ ਗਾਂਧੀ ਪਰਿਵਾਰ ਦੇ ਛੋਲੇ ਗਾ ਕੇ ਉਹਨਾਂ ਦਾ ਸੱਚਾ ਸੁੱਚਾ, ਉਹਨਾਂ ਦਾ ਵਿਸ਼ਵਾਸ ਪਾਤਰ ਬਣਨ ਦੀ ਕੋਸ਼ਿਸ਼ ਕੀਤੀ ਹੈ, ਤੇ ਉਹਦਾ ਹੀ ਮੁੱਲ ਹੈ ਸ਼ਾਇਦ ਜੀ ਕਿ ਛੇਤੀ ਹੀ ਰਾਹੁਲ ਗਾਂਧੀ ਨੂੰ ਪ੍ਰਿयंका ਔਰ ਸੋਨੀਆ ਔਰ ਰਾਹੁਲ ਨਾਲ ਮੁਲਾਕਾਤ ਹੋਣ ਜਾ ਰਹੀ ਹੈ, ਸ਼ਾਇਦ ਕੱਲ੍ਹ ਨੂੰ ਜਾਂ ਪਰਸੋਂ ਨੂੰ। ਅੱਜ ਤਾਂ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਮਿਲਣਾ, ਉਹ ਤੋਂ ਬਾਅਦ ਦਿੱਲੀ ਉਹ ਜਾਣਗੇ, ਉਹਨਾਂ ਨੂੰ ਮਿਲਣਗੇ। ਉਹ ਤੋਂ ਬਾਅਦ ਕਿਹੜੀ ਭੂਮਿਕਾ ਹੋਏਗੀ? ਪੰਜਾਬ ਕਾਂਗਰਸ ਦੀ ਲੀਡਰਸ਼ਿਪ ਚਾਹੁੰਦੀ ਆ ਕਿ ਨਵਜੋਤ ਸਿੱਧੂ ਕਾਂਗਰਸ 'ਚ ਰਹਿਣਾ ਚਾਹੁੰਦਾ ਰਹੇ, ਪਰ ਪੰਜਾਬ ਤੋਂ ਦੂਰ ਰੱਖੋ ਜੀ। ਇਹ ਸੁਨੇਹਾ ਬਕਾਇਦਾ ਕਹਿੰਦੇ ਪੰਜਾਬ ਦੇ ਲੀਡਰਾਂ ਨੇ ਹਾਈ ਕਮਾਂਡ ਨੂੰ ਪਹੁੰਚਾ ਦਿੱਤਾ, ਰਾਹੁਲ ਪ੍ਰਿयंका ਤੱਕ ਪਹੁੰਚਦਾ ਕਰ ਦਿੱਤਾ ਕਿ ਮਹਾਰਾਜ ਰੱਖੋ ਜੇ ਤੁਸੀਂ ਕਾਂਗਰਸ 'ਚ ਰੱਖਣਾ, ਪਰ ਸਾਤੋਂ ਦੂਰ ਰੱਖੋ, ਨਹੀਂ ਕਾਂਗਰਸ ਰਹਿੰਦੀ ਖੁੰਦੀ ਪੰਜਾਬ 'ਚ ਡੁੱਬ ਜੂਗੀ। ਉਧਰ ਕਾਂਗਰਸ ਨੂੰ ਲੱਗਦਾ, ਹਾਈ ਕਮਾਂਡ ਨੂੰ ਲੱਗਦਾ ਕਿ ਨਵਜੋਤ ਸਿੱਧੂ ਆਉਣ ਨਾਲ ਕਾਂਗਰਸ 'ਚ ਬਲ ਪਊਗਾ, ਜ਼ੋਰ ਮਿਲੂਗੀ, ਸ਼ਾਇਦ ਅਸੀਂ ਜਿਮਨੀ ਚੋਣ ਆਸਾਨੀ ਨਾਲ ਜਿੱਤ ਲਈਏ। ਸੋ ਇਹਨਾਂ ਦੇ ਵਿੱਚ ਹੁਣ ਸਮਝ ਨਹੀਂ ਆ ਰਿਹਾ ਕਿ ਕਰਨਾਟਕ 'ਚ ਜਿਵੇਂ ਚੋਣਾਂ ਨੇ, ਚਰਚਾ ਚੱਲਦੀ ਹੈ ਕਿ ਉੱਥੇ ਭੇਜ ਦੇਣਗੇ। ਉਧਰ ਕਹਿੰਦੇ ਕਿ ਨਵਜੋਤ ਸਿੱਧੂ ਚਾਹੁੰਦੇ ਨੇ ਕਿ ਨਾ ਪੰਜਾਬ 'ਚ ਰਹਿ ਕੇ ਰਾਜਨੀਤੀ ਕਰਨੀ ਹੈ, ਮੈਂ ਪੰਜਾਬ ਦੇ ਲਈ ਉਹ ਕੰਮ ਕਰਨਾ। ਸੋ ਹੁਣ ਇਹ ਜਿਹੜੀ ਮੁਲਾਕਾਤ ਹੋਏਗੀ ਉਹ ਤੈਅ ਕਰੇਗੀ। ਫਿਲਹਾਲ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ ਪੰਜਾਬ ਕਾਂਗਰਸ ਨਵਜੋਤ ਸਿੱਧੂ ਤੋਂ ਸੱਜੇ ਖੱਬੇ ਹੋ ਕੇ ਲੰਘ ਰਹੀ ਹੈ, ਪਰ ਹਾਈ ਕਮਾਂਡ ਉਸ ਨੂੰ ਗੱਲ ਲਾਉਣ ਲਈ ਕਾਹਲਾ ਹੈ, ਤੇ ਜਲਦੀ ਹੀ ਗੁਲਦਸਤਿਆਂ ਵਾਲੀਆਂ ਫੋਟੋਆਂ ਗਾਂਧੀ ਪਰਿਵਾਰ ਨਾਲ ਨਜ਼ਰ ਆਉਣਗੀਆਂ। ਉਹ ਤੋਂ ਬਾਅਦ ਕੋਈ ਨਾ ਕੋਈ ਟਵੀਟ ਨਜ਼ਰ ਆਏਗਾ, ਤੇ ਉਹ ਤੋਂ ਬਾਅਦ ਫਿਰ ਭੂਮਿਕਾ ਨਜ਼ਰ ਆਏਗੀ। ਉਹਦਾ ਇੰਤਜ਼ਾਰ ਆ ਸਾਰਿਆਂ ਨੂੰ ਕਿ ਕਿਹੜੀ ਭੂਮਿਕਾ 'ਚ ਹੋਣਗੇ ਨਵਜੋਤ ਸਿੱਧੂ। ਬਿਲਕੁਲ। ਤਾਂ ਦੀਪ ਜੀ, ਅੰਮ੍ਰਿਤਸਰ ਦੇ ਵਿੱਚ ਗੁਰੂ ਰਾਮਦਾਸ ਜੀ ਦੇ ਨਾਮ ਤੇ ਗੁਰੂ ਕਾ ਰਾਮ ਬਾਗ ਨਾਮ ਰੱਖਿਆ ਗਿਆ ਸੀ, ਤੇ ਹੁਣ ਉਸ ਦਾ ਵਿਰੋਧ ਵੀ ਹੋਣ ਲੱਗ ਗਿਆ ਕਿਉਂਕਿ ਰਾਮ ਬਾਗ ਵਾਲੇ ਜਿਹੜੇ ਬੋਰਡ ਨੇ ਉਹ ਹਟਾ ਦਿੱਤੇ ਨੇ ਤੇ ਕੰਪਨੀ ਬਾਗ ਵਾਲੇ ਬੋਰਡ ਜਿਹੜੇ ਲਗਾ ਦਿੱਤੇ ਗਏ ਨੇ। ਤਾਂ ਸਵਾਲ ਇਹੀ ਹੈ ਕਿ ਰਾਮ ਬਾਗ ਤੋਂ ਨਾਮ ਬਦਲ ਕੇ ਕੰਪਨੀ ਬਾਗ ਰੱਖ ਕਿਸ ਨੇ ਦਿੱਤਾ? ਬਿਲਕੁਲ ਜੀ, 1819 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਹੋਰਾਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਦੇ ਉੱਤੇ ਅੰਮ੍ਰਿਤਸਰ ਦੀ ਨਗਰੀ ਦੇ ਵਿੱਚ 84 ਏਕੜ ਦੇ ਵਿੱਚ ਰਾਮ ਬਾਗ ਨਾਂ ਦਾ ਉਸ ਦੀ ਸਥਾਪਨਾ ਕੀਤੀ, ਤੇ ਉਹ ਬੜਾ ਮਤਲਬ ਕਿ ਇੱਕ ਰਮਣੀਕ ਸਕੂਨ ਦੇਣ ਵਾਲੀ ਥਾਂ ਵਜੋਂ ਪ੍ਰਚਲਿਤ ਹੈ। ਤੇ ਪਰ ਅਚਾਨਕ ਉੱਥੇ ਬੋਰਡਾਂ ਦੇ ਰੰਗ ਬਦਲਣੇ ਸ਼ੁਰੂ ਹੋ ਗਏ, ਤੇ ਉਹਦੇ ਮੁੱਖ ਗੇਟ ਦੇ ਉੱਤੇ ਜਿੱਥੋਂ ਬੰਦਾ ਦਾਖਲ ਹੋ ਕੇ ਅੰਦਰ ਜਾਂਦਾ ਹੈ ਉਸ ਸਵਾਗਤੀ ਬੂਹੇ ਦੇ ਉੱਤੇ ਬਕਾਇਦਾ ਤੌਰ ਤੇ ਰਾਮ ਬਾਗ ਦਾ ਬੋਰਡ ਲੱਗਿਆ ਸੀ। ਉਹ ਬੋਰਡ ਹਟਾ ਦਿੱਤਾ, ਉਹ ਬੋਰਡ ਤਾਰ ਕੇ ਲੈ ਗਏ, ਤੇ ਉਹਦੀ ਥਾਂ ਤੇ ਇੱਕ ਖੰਭਾ ਗੱਡਿਆ ਤੇ ਉਹਦੇ ਉੱਪਰ ਬੋਰਡ ਚਪੇਕਤਾ ਕੰਪਨੀ ਬਾਗ। ਤੇ ਜਲੰਧਰ ਨਾਲ ਸੰਬੰਧਿਤ ਅਜੀਤ ਅਖਬਾਰ ਨੇ ਉਹ ਖਬਰ ਪ੍ਰਫੁੱਲਤਾ ਨਾਲ ਛਾਪੀ, ਕਿਉਂਕਿ ਅੱਜ ਕੱਲ੍ਹ ਸਰਕਾਰ ਨਾਲ ਮੋਹ ਬਹੁਤ ਹੈ ਉਸ ਅਦਾਰੇ ਦਾ ਵੀ, ਹੈ ਨਾ, ਆਪਸ ਵਿੱਚ ਖਿੱਚੋਤਾਣ ਖਾਸੀ ਹੈ। ਤਾਂ ਉਹਨਾਂ ਨੇ ਉਹ ਖਬਰ, ਹੁਣ ਮਤਲਬ ਕਿ ਉਹ ਇਹ ਚੰਗੀ ਗੱਲ ਵੀ ਹੁੰਦੀ ਹੈ ਕਿ ਇਸ ਚੱਕਰ 'ਚ ਚੰਗੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਨਾ, ਨਹੀਂ ਤਾਂ ਫਿਰ ਸਰਕਾਰੀ ਪੱਖੀਓ ਚੱਲੀ ਜਾਂਦਾ ਸਾਰਾ ਕੁਝ, ਗੁਣਗਾਣੇ ਚੱਲੀ ਜਾਂਦਾ। ਚਲੋ ਇਹ ਖਬਰ ਸਾਹਮਣੇ ਆ ਗਈ। ਜਦੋਂ ਇਹ ਖਬਰ ਸਾਹਮਣੇ ਆਈ ਤਦ ਮੀਂਹ ਪੈ ਰਿਹਾ ਸੀ ਅਗਲੇ ਦਿਨ, ਮੰਨ ਲਓ ਅੱਜ ਖਬਰ ਛਪੀ ਤੇ ਉਸ ਦਿਨ ਮੀਂਹ ਪੈ ਰਿਹਾ ਸੀ, ਪਰ ਜਲੰਧਰ ਦੇ ਅੰਮ੍ਰਿਤਸਰ ਦੇ ਜਿਹੜਾ ਪ੍ਰਸ਼ਾਸਨਿਕ ਖੇਤਰ ਹੈ, ਅਧਿਕਾਰੀਆਂ ਉਹਨਾਂ 'ਚ ਖਲਬਲੀ ਮਚ ਗਈ। ਕਿਆ ਭਾਈ ਆਹ ਕੀ ਕਰ ਲਿਆ, ਕਿਹਨੇ ਕੀਤਾ ਕਿਹਨੇ ਨਹੀਂ? ਕਹਿੰਦੇ ਜਿਹਨੇ ਕੀਤਾ ਉਹ ਬਾਅਦ 'ਚ ਜਾਂਚ ਕਰਾਂਗੇ, ਪਹਿਲਾਂ ਬੋਰਡ ਪੱਟ ਕੇ ਲਿਆਓ। ਮੀਂਹ ਪੈਂਦੇ 'ਚ ਬੰਦੇ ਭੱਜੇ, ਅਧਿਕਾਰੀ ਗਏ, ਛਤਰੀ ਵਾਲਾ ਵੀ ਨਹੀਂ ਲੱਭਿਆ, ਕਿਤੋਂ ਕੱਸੀ ਲਈ, ਕਿਤੋਂ ਕਹੀ ਲਈ, ਕਿਤੋਂ ਉਹ ਖੰਭਾ ਪੱਟਿਆ, ਸਣੇ ਬੋਰਡ ਸਣੇ ਖੰਭਾ ਲੈ ਕੇ ਭੱਜ ਗਏ। ਕੰਪਨੀ ਬਾਗ ਵਾਲਾ ਬੋਰਡ ਤਾਂ ਹਟਾਤਾ, ਬੂਹੇ ਦੇ ਬਾਹਰ ਲੱਗਿਆ, ਪਰ ਜਿਹੜਾ ਰਾਮ ਬਾਗ ਵਾਲਾ ਲਾਇਆ ਸੀ, ਲੱਗਿਆ ਵਾ ਸੀ, ਉਹ ਕਿੱਥੇ ਗਿਆ? ਇਹ ਉਸੇ ਤਰ੍ਹਾਂ ਦਾ ਮਾਮਲਾ ਜੋ ਖਟਖਟ ਕਲਾਂ 'ਚ ਹੋਇਆ ਕਿ ਤੁਸੀਂ ਭਗਵੰਤ ਮਾਨ ਦੀ ਫੋਟੋ ਲਾ ਲਈ, ਸ਼ਹੀਦ ਆਜਮ ਭਗਤ ਸਿੰਘ ਤੇ ਉਹਦੇ ਚਾਚਾ ਅਜੀਤ ਸਿੰਘ ਵਾਲੀਆਂ ਫੋਟੋਆਂ ਲਾਤੀਆਂ, ਪਰ ਜਦੋਂ ਇਹੀ ਅਖਬਾਰ ਨੇ ਉਹ ਮੁੱਦਾ ਚੱਕਿਆ, ਮੀਡੀਆ 'ਚ ਚਰਚਾ ਹੋਈ, ਤੁਸੀਂ ਅਸੀਂ ਗੱਲਾਂ ਕੀਤੀਆਂ, ਉਸ ਤੋਂ ਬਾਅਦ ਉੱਥੇ ਭਗਵੰਤ ਮਾਨ ਦੀ ਫੋਟੋ ਵੀ ਲੱਗੀ ਰਹੀ, ਪਰ ਭਗਤ ਸਿੰਘ ਵਾਲੀਆਂ ਫੋਟੋਆਂ ਵੀ ਦੁਬਾਰਾ ਲੱਗ ਗਈਆਂ। ਹੁਣ ਇੱਥੇ ਅਜੇ ਉਹ ਪੁਰਾਣਾ ਬੋਰਡ ਤਾਂ ਨਹੀਂ ਪਰਤਿਆ, ਇੱਥੇ ਅਜੇ ਰਾਮ ਬਾਗ ਵਾਲਾ ਬੋਰਡ ਤਾਂ ਨਹੀਂ ਪਰਤਿਆ, ਪਰ ਕੰਪਨੀ ਬਾਗ ਵਾਲਾ ਬੋਰਡ ਪੱਟ ਕੇ ਲੈ ਗਏ। ਪਰ ਇੱਥੇ ਤੱਕ ਇਹ ਮਸਲਾ ਨਹੀਂ ਹੈਗਾ। ਉਸ ਬਾਗ ਦੇ ਅੰਦਰ ਜਾ ਕੇ ਜਿਹੜੇ ਜਿਵੇਂ ਨੋਟਸ ਲੱਗਿਆ ਹੁੰਦਾ ਹੈ, ਜਾਣਕਾਰੀ ਲਈ ਲੱਗਿਆ ਹੁੰਦਾ ਹੈ, ਉਹ ਕੁਛ ਹਦਾਇਤਾਂ ਹੁੰਦੀਆਂ ਨੇ, ਉਹੇ ਜਿਹੇ ਬੋਰਡ ਨੇ ਜਾਂ ਕੁਝ ਹੋਰ ਅੰਦਰ ਉਹਨੂੰ ਦਰਸਾਉਂਦੇ ਬੋਰਡ ਨੇ, ਉਹਨਾਂ ਦੇ ਉੱਤੇ ਅਜੇ ਵੀ ਕੰਪਨੀ ਬਾਗ ਲਿਖਿਆ। ਸੋ ਇਸ ਲਈ ਇਹ ਕਿਹਨੇ ਦਿੱਤਾ ਕੰਪਨੀ ਬਾਗ ਨਾ? ਕਿਹੜੇ ਵਿਧਾਨ 'ਚ ਪਾਸ ਹੋ ਗਿਆ, ਕਿਹੜੇ ਸੰਵਿਧਾਨ 'ਚ ਪਾਸ ਹੋ ਗਿਆ, ਕਿਹੜੇ ਨਿਯਮਾਵਲੀ 'ਚ ਪਾਸ ਹੋ ਗਿਆ, ਕਿਹਦੇ ਹੁਕਮਾਂ ਨਾਲ ਹੋ ਗਿਆ, ਕਿਹਨੇ ਨਾਮ ਬਦਲਣ ਦੇ ਹੁਕਮ ਦਿੱਤੇ? ਕੀ ਪਿਛਲੀ ਸਰਕਾਰ 'ਚ ਹੋਇਆ, ਕੀ ਕੈਪਟਨ ਦੇ ਸਮੇਂ ਹੋਇਆ, ਕੀ ਚੰਨੀ ਦੇ ਸਮੇਂ ਹੋਇਆ? ਅਚਾਨਕ ਜੇਕਰ ਹੁਣ ਬੋਰਡ ਲਾਏ ਸੀ ਤਾਂ ਕਿਉਂ ਲਾਏ, ਕਿਹਦੇ ਹੁਕਮਾਂ ਤੇ ਆਏ? ਮੁੱਖ ਮੰਤਰੀ ਸਾਹਿਬ ਨੇ ਸੁਨੇਹਾ ਭੇਜਤਾ, ਦਿੱਲੀ ਵਾਲੇ ਨੇ ਕਿਸੇ ਨੇ ਸੁਨੇਹਾ ਭੇਜਤਾ, ਕੀ ਸੀਗਾ ਇਹਦੇ ਪਿੱਛੇ ਮਨਸ਼ਾ, ਕਿਹੜੀ ਸੋਚ ਸੀ, ਕੀ ਕਾਰਨ ਸੀ ਕਿ ਸਾਡੇ ਇਤਿਹਾਸ ਨੂੰ? ਬੀਜੇਪੀ ਦੇ ਉੱਪਰ ਦੋਸ਼ ਲੱਗਦਾ ਜਤਿੰਦਰ ਜੀ, ਕੇਂਦਰ ਸਰਕਾਰ ਤੇ ਦੋਸ਼ ਲੱਗਦੇ ਆ ਕਿ ਉਹ ਕਿਤਾਬਾਂ ਦੇ ਵਿੱਚੋਂ ਇਤਿਹਾਸਕ ਚੀਜ਼ਾਂ ਨੂੰ ਲਾਂਭੇ ਕਰ ਰਹੀ ਆ, ਉਹ ਸਿਲੇਬਸ ਬਦਲ ਰਹੀ ਆ, ਉਹ ਇਤਿਹਾਸਕ ਥਾਵਾਂ ਦੇ ਨਾਂ ਬਦਲ ਕੇ ਉਸ ਦਾ ਭਗਵਾਕਰਨ ਕਰ ਰਹੀ ਆ। ਹੁਣ ਇਹ ਸਵਾਲ ਪੰਜਾਬ ਆ ਗਿਆ ਕਿ ਤੁਸੀਂ ਭਗਤ ਸਿੰਘ ਦੇ ਪਿੰਡ ਦੇ ਵਿੱਚ ਜਾ ਕੇ ਜੋ ਉਹਨਾਂ ਦੇ ਨਾਂ ਦੇ ਉੱਤੇ ਪਰਿਵਾਰ ਦੀ ਡਿਸਪੈਂਸਰੀ ਦਾ ਸੀਗਾ ਉਸ ਦਾ ਨਾਂ ਬਦਲ ਕੇ ਮਹੱਲਾ ਕਲੀਨਿਕ ਕਰਕੇ ਉਹਨਾਂ ਦੀਆਂ ਫੋਟੋਆਂ ਹਟਾਈਆਂ। ਹੁਣ ਆ ਗੁਰੂ ਰਾਮਦਾਸ ਜੀ ਦੇ ਨਾਂ ਦੇ ਉੱਤੇ ਬਣੇ ਰਾਮ ਬਾਗ ਦੇ ਉੱਤੇ ਕੰਪਨੀ ਬਾਗ ਦਾ ਨਾਂ ਲਾਇਆ। ਸੋ ਹੁਣ ਉਹੇ ਜਿਹਾ ਹੀ ਸਵਾਲ ਇਹ ਸਰਕਾਰ ਵੱਲ ਹੀ ਹੈ ਕਿ ਇਹ ਸਰਕਾਰ ਇਹ ਕਰ ਕਿਉਂ ਰਹੀ ਹੈ?
ਬਿਲਕੁਲ ਇਹ ਕਿਹੜਾ ਵਿਕਾਸ ਹੈ, ਇਹ ਕਿਹੜੀ ਪ੍ਰਾਪਤੀ ਹੈ? ਸੋ ਇਸ ਲਈ ਇੱਕ ਵੋਟ ਤਾਂ ਹਟਾ ਲਿਆ, ਪਰ ਆਉਂਦੇ ਦਿਨਾਂ 'ਚ ਜੇ ਹੋਰ ਮਸਲੇ ਹੁਣ ਸਾਹਮਣੇ ਆਉਣਗੇ, ਕਿਉਂਕਿ ਜਦੋਂ ਇੱਕ ਗੱਲ ਇਹੀ ਸਾਹਮਣੇ ਆਉਂਦੀ ਹੈ ਨਾ, ਤਾਂ ਲੋਕਾਂ ਨੂੰ ਫਿਰ ਆਪਣੇ ਨਗਰ 'ਚ, ਆਪਣੇ ਕਸਬੇ 'ਚ, ਆਪਣੇ ਸ਼ਹਿਰ 'ਚੋਂ ਚੀਜ਼ਾਂ ਯਾਦ ਆਉਣ ਲੱਗਦੀਆਂ ਕਿ ਹਾਂ ਇਹ ਚੀਜ਼ਾਂ ਨਾ ਤਾਂ ਇਹ ਸੀ, ਇੱਥੇ ਇਹ ਕਿਉਂ ਹੋ ਗਿਆ। ਸੋ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਕੁਝ ਅਜਿਹੀਆਂ ਗਲਤੀਆਂ ਹੋਰ ਸਾਹਮਣੇ ਆਉਣ, ਜਿਹਦੇ ਲਈ ਸਰਕਾਰ ਕੋਲ ਸਮਾਂ ਆਏ ਕਿ ਉਹ ਭਾਈ ਇਹਨਾਂ ਨੂੰ ਦਰੁਸਤ ਕਰ ਲਵੇ ਤਾਂ ਚੰਗਾ, ਨਹੀਂ ਤਾਂ ਫਿਰ ਵਿਰੋਧ ਹੋਏਗਾ। ਜੀ ਬਿਲਕੁਲ ਬਿਲਕੁਲ। ਤਾਂ ਦੀਪ ਜੀ, ਅਕਸਰ ਹੀ ਅਜਿਹੀਆਂ ਖਬਰਾਂ ਆਉਂਦੀਆਂ ਨੇ ਕਿ ਪ੍ਰਾਪਰਟੀ ਦੇ ਮਾਮਲੇ ਦੇ ਵਿੱਚ ਜਿਹੜੇ ਜਾਲੀ ਦਸਤਾਵੇਜ਼ ਨੇ ਉਹਨਾਂ ਦੇ ਸਹਾਰੇ ਜਿਹੜੀ ਪ੍ਰਾਪਰਟੀ ਖਰੀਦੀ ਜਾਂਦੀ ਹੈ। ਤਾਂ ਲੁਧਿਆਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਹਿੰਦੇ ਕਿ ਕੌਫੀ ਦੇ ਸਹਾਰੇ ਜਿਹੜੀ ਕਰੋੜਾਂ ਦੀ ਪ੍ਰਾਪਰਟੀ ਜਿਹੜੀ ਖਰੀਦੀ ਜਾ ਰਹੀ ਸੀ, ਘੁਟਾਲਾ ਸਾਹਮਣੇ ਆਇਆ। ਕਿਵੇਂ ਹੈ ਸਾਰੀ ਖਬਰ? ਬਿਲਕੁਲ, ਇਹ ਬੜਾ ਇੱਕ ਅਜੀਬ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਂਦਾ ਕਿ ਜੀ ਪ੍ਰਾਪਰਟੀ ਘਪਲੇ ਤਾਂ ਬਹੁਤ ਸੁਣੇ ਨੇ ਜੀ, ਰਜਿਸਟਰੀਆਂ ਦੇ ਘਪਲੇ ਬਹੁਤ ਸੁਣੇ ਨੇ, ਪਰ ਕੌਫੀ ਦੇ ਸਹਾਰੇ ਮਤਲਬ ਰਜਿਸਟਰੀ ਘੁਟਾਲਾ, ਕੌਫੀ ਦੇ ਸਹਾਰੇ ਜ਼ਮੀਨ ਘੁਟਾਲਾ, ਕੌਫੀ ਦੇ ਸਹਾਰੇ ਪਲਾਟ ਕੋਠੀਆਂ ਦਾ ਘਪਲਾ, ਔਰ ਉਹ ਵੀ ਖਾਸ ਕਰ ਉਦਯੋਗ ਨਗਰ ਪੰਜਾਬ ਦੇ ਲੁਧਿਆਣਾ 'ਚ ਜੀ। ਔਰ ਇੱਕ ਨਹੀਂ ਜਤਿੰਦਰ ਜੀ, ਹਰ ਮਹੀਨੇ ਔਸਤਨ 15 ਤੋਂ 17 ਕੇਸ ਰਜਿਸਟਰਡ ਹੋ ਰਹੇ ਨੇ ਹਜੇ ਜੀ। ਇਹਦਾ ਮਤਲਬ ਇਹ ਲਗਾਤਾਰ, ਉਹ ਕਹਿੰਦੇ ਕਿ ਜਿਹੜਾ ਬੰਦਾ ਧੋਖਾਧੜੀ ਕਰਦਾ, ਰਜਿਸਟਰੀ ਕਰਾਉਂਦਾ ਹੈ, ਮਤਲਬ ਪਲਾਟ ਮੇਰਾ ਏ, ਮੈਂ ਵੇਚਿਆ ਨਹੀਂ, ਕਿਸੇ ਹੋਰ ਨੇ ਜਾਲੀ ਕਾਗਜ਼ ਲਾ ਕੇ ਉਹਦੀ ਪਾਵਰ ਆਫ ਅਟਰਨੀ ਕਰਾ ਲਈ, ਪਾਵਰ ਆਫ ਅਟਰਨੀ ਤੋਂ ਫਿਰ ਆਪਣੇ ਆਪ ਅੱਗੇ ਰਜਿਸਟਰੀ ਹੋ ਜਾਂਦੀ ਹੈ। ਸੋ ਰਜਿਸਟਰੀ ਕਰਾ ਲਈ, ਬਾਅਦ 'ਚੋਂ ਜਦੋਂ ਕਬਜ਼ੇ ਵਾਲਾ ਮਾਮਲਾ ਆਉਂਦਾ, ਦੂਜੀ ਧਿਰ ਨੂੰ ਪਤਾ ਲੱਗਦਾ, ਫਿਰ ਉੱਥੇ ਵਿਵਾਦ ਹੁੰਦਾ, ਫਿਰ ਉਹ ਜਿਹੜੀ ਧਿਰ ਨੇ ਰਜਿਸਟਰੀ ਕਰਾਈ ਹੁੰਦੀ ਹੈ ਉਹ ਵੀ ਠੱਗੀ ਗਈ ਹੁੰਦੀ ਹੈ, ਉਹਨੂੰ ਵੀ ਨਹੀਂ ਪਤਾ ਵਿਚਾਰੇ ਨੂੰ ਕਿ ਮੈਂ ਕੋਈ ਜਾਲੀ ਪ੍ਰਾਪਰਟੀ ਖਰੀਦ ਰਿਹਾ, ਤੇ ਜਿਹਦੀ ਪ੍ਰਾਪਰਟੀ ਹੁੰਦੀ ਹੈ ਉਹ ਵੀ ਠੱਗਿਆ ਜਾਂਦਾ, ਤੇ ਗਬਲੇ ਬੰਦੇ ਨੇ ਜਿਹੜੇ ਉਹ ਫਰਾਰ ਹੋ ਜਾਂਦੇ ਨੇ। ਮਾਮਲਾ ਦੋ ਧਿਰਾਂ 'ਚ ਆ ਜਾਂਦਾ। ਉਹ ਜਿਹੜੇ ਗਬਲੇ ਕਾਗਜ਼ ਪੱਤਰ ਤਿਆਰ ਕਰਾ ਕੇ ਰਜਿਸਟਰੀਆਂ ਕਰਾ ਜਾਂਦੇ ਨੇ, ਪਾਵਰ ਆਫ ਅਟਰਨੀ ਕਰਾ ਜਾਂਦੇ ਨੇ, ਉਹਨਾਂ ਦੀ ਭਾਲ ਕੋਈ ਨਹੀਂ ਕਰ ਰਿਹਾ ਕਿ ਕੀ ਉਹ ਮਿਲ ਕੇ ਹੁੰਦਾ। ਕਾਰਨ ਉਹਦੇ ਪਿੱਛੇ ਸਿੱਧਾ ਹੈ ਕਿ ਉਹ ਕਹਿੰਦੇ ਜੀ ਕੋਈ ਜਾਲੀ ਰਜਿਸਟਰੀਆਂ ਕਰਾ ਜਾਂਦੇ ਨੇ ਆ ਕੇ ਜੀ। ਜਤਿੰਦਰ ਜੀ, ਜਦੋਂ ਰਜਿਸਟਰੀ ਹੁੰਦੀ ਹੈ ਤਾਂ ਬਕਾਇਦਾ ਬੰਦੇ ਦਾ ਆਧਾਰ ਕਾਰਡ ਲੱਗਦਾ ਹੈ, ਪੈਨ ਕਾਰਡ ਲੱਗਦਾ, ਸਾਰੇ ਦਸਤਾਵੇਜ਼ ਲੱਗਦੇ ਨੇ, ਫਿਰ ਇਹ ਕਿਵੇਂ? ਹੁਣ ਉਹ ਕਹਿੰਦੇ ਕੀ ਕਰਦੇ ਨੇ ਕਿ ਜਿਹੜਾ ਨਵਾਂ ਐਫੀਡੈਵਿਟ ਲੈਂਦੇ ਨੇ ਉਹ ਨਵੇਂ ਜਿਹੜੇ ਸਾਡੇ ਮਤਲਬ ਕਾਗਜ਼ ਤਿਆਰ ਹੁੰਦੇ ਨੇ ਜਿਹੜੇ ਨਾ, ਉਹ ਲੈਂਦੇ ਨੇ ਤੇ ਉਹਦੇ ਉੱਤੇ ਸਾਰਾ ਕੁਝ ਲਿਖਦੇ ਨੇ, ਉਹਨੂੰ ਕੌਫੀ ਦੇ ਪਾਣੀ 'ਚ ਡੁਬੋ ਦਿੰਦੇ ਨੇ ਜੀ, ਉਹਨਾਂ ਐਫੀਡੈਵਿਟਾਂ ਨੂੰ ਸਾਰਿਆਂ ਨੂੰ, ਹੈ ਨਾ, ਤੇ ਉਹ ਡੁਬੋ ਕੇ ਫਿਰ ਉਹ ਜਦੋਂ ਗਿੱਲੇ ਹੋ ਕੇ ਸੁੱਕ ਜਾਂਦੇ ਨੇ, ਸਖਤ ਗੱਤਾ ਜਿਹਾ ਬਣ ਜਾਂਦੇ ਨੇ, ਫਿਰ ਉਹਦੇ ਪਰ ਪ੍ਰੈਸ ਫੇਰ ਦਿੰਦੇ ਨੇ, ਤੇ ਉਹ ਐਂ ਬਣਦਾ ਜਿਵੇਂ 40 ਸਾਲ ਪੁਰਾਣਾ ਹੋਵੇ, ਤੇ ਉਹ ਪੁਰਾਣੀ ਬਣ ਜਾਂਦੀ ਹੈ। ਫਿਰ ਇਹ ਕੌਫੀ ਦੇ ਸਾਰਿਆਂ ਦੇ ਦੇਖੋ ਜੀ ਪੁਰਾਣੀ ਰਜਿਸਟਰੀ ਆ, ਤਾਂ ਇਹ ਤੋਂ ਬਾਅਦ ਤਾਂ ਕਿਸੇ ਦੇ ਨਾਂ ਹੀ ਨਹੀਂ ਹੋਈ, ਤੇ ਉਹ ਧੜਾ ਧੜ ਮਿੰਟਾਂ ਸਕਿੰਟਾਂ ਹੋਰ ਛੱਡੋ। ਇਹ ਗਰੋਹ ਇੱਕ ਹੋਰ ਖਾਸ ਕੰਮ ਕਰਦਾ, ਉਹ ਕਹਿੰਦੇ ਉਹ ਧਿਆਨ ਰੱਖਦਾ ਕਿ ਆਹ NRI ਬੁੜਾ ਮਰ ਗਿਆ ਵਿਦੇਸ਼ 'ਚ, ਤੇ ਫਿਰ ਉਹ ਚੈੱਕ ਕਰਦਾ ਕਿ ਇੱਥੇ ਉਹਦਾ ਕੌਣ ਕੌਣ ਹੈ। ਜਦੋਂ ਪਤਾ ਲੱਗਦਾ ਸਾਰੇ ਹੀ ਬਾਹਰ ਨੇ, ਫਿਰ ਉਹਦੇ ਪਰਤਣ ਤੋਂ ਪਹਿਲਾਂ, ਉਹ ਤੋਂ ਪਹਿਲਾਂ ਕਿ ਉਹਦੇ ਫੁੱਲ ਆਉਣ, ਉਹਦਾ ਭੋਗ ਇੱਥੇ ਆ ਕੇ ਕੋਈ ਪਾਵੇ, ਜਾਨੂੰ ਕਹਿੰਦੇ ਉਹਦੀਆਂ ਜ਼ਮੀਨਾਂ ਲੱਭੀਆਂ ਪਹਿਲਾਂ ਹੀ ਹੁੰਦੀਆਂ ਨੇ, ਰਿਕਾਰਡ ਚੱਕ ਕੇ ਪਰੇ ਕਰਦੇ ਨੇ। ਸੋ ਆਹ ਵੀ ਧਿਆਨ ਰੱਖਦੇ ਨੇ ਕਿ ਕੌਣ ਕੌਣ ਚੜ੍ਹਾਈ ਕਰਨ ਵਾਲਾ ਔਰ ਵਿਦੇਸ਼ 'ਚ ਹੈ। ਸੋ ਇਹੋ ਜਿਹਾ ਆਹ ਕੌਫੀ ਦੇ ਸਾਰੇ ਗਰੋਹ ਸਾਹਮਣੇ ਆਇਆ, ਤੇ ਉਹ ਗਰੋਹ ਨੂੰ ਨੱਥ ਪਾਉਣ ਲਈ ਪੰਜਾਬ ਪੁਲਿਸ ਦੀ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਤੇ 15 ਤੋਂ 16 ਕੇ ਜੇਕਰ ਰੋਜ਼ ਹਰ ਮਹੀਨੇ ਹੋ ਰਹੇ ਨੇ ਤਾਂ ਤੁਸੀਂ ਦੇਖੋ ਕਿੰਨੇ ਲੋਕਾਂ ਨਾਲ ਧੋਖਾ ਹੋ ਰਹੇਗਾ। ਸੋ ਇਸ ਦੇ ਉੱਤੇ ਸਰਕਾਰ ਨੂੰ ਗੌਰ ਕਰਨ ਦੀ ਲੋੜ ਹੈ। ਜੇ ਲੁਧਿਆਣਾ 'ਚ ਹੋ ਸਕਦਾ ਹੈ ਹੋਰ ਥਾਂ ਵੀ ਹੋਵੇ। ਬਿਲਕੁਲ ਬਿਲਕੁਲ ਬਿਲਕੁਲ। ਤਾਂ ਦੀਪ ਜੀ, ਅਕਸਰ ਹੀ ਸੁਣਦੇ ਹਾਂ ਕਿ ਇਕੱਠੇ ਵਿਚਰਦਿਆਂ ਲੋਕਾਂ ਦੇ ਵਿੱਚ ਕਈ ਆਪਸੀ ਮਤਭੇਦ ਵੀ ਹੋ ਜਾਂਦੇ ਨੇ, ਜਿਵੇਂ ਕਿਸੇ ਨੂੰ ਬੁਲਾਉਣਾ ਨਹੀਂ ਜਾਂ ਕਿਸੇ ਦੀ ਗੱਲਬਾਤ ਨਹੀਂ ਕਰਨੀ, ਪਰ ਕਹਿੰਦੇ ਕਿ ਜਦੋਂ ਕੋਈ ਮੁਸੀਬਤ ਪੈਂਦੀ ਹੈ ਤਾਂ ਸਾਰੇ ਲੋਕ ਉਹਨਾਂ ਦਾ ਸਾਥ ਦਿੰਦੇ ਨੇ, ਇੱਕ ਇਨਸਾਨੀਅਤ ਦੀ ਮਿਸਾਲ ਪੈਦਾ ਕਰ ਦਿੰਦੇ ਨੇ। ਫਾਜ਼ਿਲਕਾ ਦੇ ਵਿੱਚ ਵੀ ਇਸ ਦੀ ਉਦਾਹਰਨ ਵੇਖਣ ਨੂੰ ਮਿਲੀ ਹੈ, ਕਿਵੇਂ ਵੇਖਦੇ ਹੋ? ਬਿਲਕੁਲ, ਅਬੋਹਰ ਫਾਜ਼ਿਲਕਾ ਦੇ ਖੇਤਰ 'ਚ ਬਕੈਨ ਵਾਲਾ ਇੱਕ ਪਿੰਡ ਆ, ਪਿਛਲੇ ਦਿਨਾਂ 'ਚ ਜਿਹੜਾ ਬਹੁਤ ਭਾਰੀ ਤੂਫਾਨ, ਹਨੇਰੀਆਂ, ਝੱਖੜ ਚੱਲੇ, ਉਹਦੇ ਵਿੱਚ ਇੱਕੋ ਪਿੰਡ ਦੇ 58 ਤੋਂ ਵੱਧ ਘਰਾਂ ਦੀਆਂ ਛੱਤਾਂ ਤੱਕ ਉੱਡ ਗਈਆਂ ਜੀ। ਮਤਲਬ ਛੋਟੀਆਂ ਛੱਤਾਂ, ਛੱਪਰ, ਹੈ ਨਾ, ਮਜ਼ਦੂਰ ਪਰਿਵਾਰ, ਗਰੀਬ ਪਰਿਵਾਰ, ਕਿਸਾਨੀ ਨਾਲ ਸੰਬੰਧਿਤ ਜਾਂ ਛੋਟੇ ਛੋਟੇ ਬਾਗ ਲਾਏ ਨੇ, ਉਹ ਉੱਡ ਗਏ, ਤੇ ਕਿੰਨੇ ਹੀ ਲੋਕ ਜ਼ਖਮੀ ਹੋਏ। ਤੇ ਹੁਣ ਉਹ ਇੰਨੇ ਵੀ ਸਮਰੱਥ ਨਹੀਂ ਸੀ ਕਿ ਆਪਣੀ ਛੱਤਾਂ ਪਾ ਸਕਣ। ਤੇ ਫਿਰ ਇਹ ਇੱਕ ਇਨਸਾਨੀਅਤ ਜਿੰਦਾ ਉਹਦੀ ਮਿਸਾਲ ਮਿਲੀ ਜਦੋਂ ਮਤਲਬ ਆਮ ਲੋਕ ਤਾਂ ਆਮ ਲੋਕ, ਪੰਚਾਇਤ ਤਾਂ ਪੰਚਾਇਤ, ਸੰਸਥਾਵਾਂ, ਗੁਰੂ ਘਰ, ਸੰਗਠਨ, ਧਾਰਮਿਕ ਡੇਰੇ ਤਾਂ ਡੇਰੇ, ਪੁਲਿਸ ਤੱਕ ਨੇ ਵੀ ਆ ਕੇ ਸਹਿਯੋਗ ਕੀਤਾ। ਮਤਲਬ 1 ਕਰੋੜ 25 ਲੱਖ ਦਾ ਚੈੱਕ ਭੇਟ ਕੀਤਾ ਪੰਚਾਇਤ ਨੂੰ ਬਕਾਇਦਾ, ਕਿਆ ਚੱਕੋ ਭਾਈ ਇੰਨੇ ਪੈਸੇ। ਫਿਰ ਇੱਕ ਦਿਨ ਦੀ ਤਨਖਾਹ ਪੁਲਿਸ ਵਾਲਿਆਂ ਨੇ, DC ਨੇ, ਹੈ ਨਾ, ਫਿਰ MLA ਨੇ ਆਪਣੀ 1 ਮਹੀਨੇ ਦੀ ਤਨਖਾਹ, ਫਿਰ ਤਹਿਸੀਲਦਾਰ, ਬਲਾਕ ਅਧਿਕਾਰੀ, ਉਹਨਾਂ ਨੇ 51 ਹਜ਼ਾਰ ਕਿੰਨੇ ਪਰਿਵਾਰਾਂ ਨੂੰ, ਫਿਰ ਆਲੇ ਦੁਆਲੇ ਦੀਆਂ ਡੇਰੇ ਦੀਆਂ ਸੰਸਥਾਵਾਂ ਨੇ, ਫਿਰ ਰਾਜੇਵਾਲ ਹੋਰਾਂ ਦੀ ਸੰਸਥਾ, ਹੋਰ ਕਿਸਾਨ ਯੂਨੀਅਨਾਂ, ਉਹਨਾਂ ਨੇ ਟਰਾਲੀਆਂ ਭਰ ਕੇ ਕਣਕ ਭੇਜਤੀ, ਕਿਸੇ ਨੇ ਭਾਂਡੇ ਭੇਜੇ, ਕਿਸੇ ਨੇ ਬਿਸਤਰੇ ਭੇਜੇ। ਇੱਕ ਡੇਰੇ ਨਾਲ ਸੰਬੰਧਿਤ ਸੰਸਥਾ, ਉਹਨੇ 3 ਘਰ ਬਣਾਤੇ, ਦੂਜੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਿਲ ਕੇ 3 ਘਰ ਬਣਾ
ਘਟਨਾ ਤੇ। ਸੋ ਇੰਨਾ ਕੁਝ ਹੋ ਰਿਹਾ, ਉਹ ਕਹਿੰਦੇ ਕਿ ਸਾਡੇ ਕੋਲ ਹੁਣ ਹੋਰਾਂ ਨੂੰ ਦੇਣ ਲਈ ਵੀ ਸਮਾਨ ਆ ਰਿਹਾ। ਸੋ ਆ ਇੱਕ ਨਵੀਂ ਮਿਸਾਲ ਪੈਦਾ ਹੋਈ ਹੈ ਜਦੋਂ ਸਾਫ਼ ਹੈ ਕਿ ਇਨਸਾਨੀਅਤ ਅਜੇ ਜਿੰਦਾ ਹੈ। ਸੋ ਇਸ ਲਈ ਅਜਿਹੀ ਉਦਾਹਰਨ ਮੇਰੇ ਧਿਆਨ ਚ ਆਉਂਦਾ, ਸਾਡੇ ਪਿੰਡ 'ਚ ਇੱਕ ਵਾਰ ਕਣਕ ਸੜ ਗਈ ਸੀ, ਕਿੰਨੇ ਹੀ ਕਿੱਲੇ, ਤੇ ਲੋਕਾਂ ਨੇ ਤਹੀਆ ਕੀਤਾ ਤੇ ਫੰਡ ਇੰਨਾ ਇਕੱਠਾ ਹੋਇਆ ਕਿ ਉਹਨਾਂ ਪਰਿਵਾਰਾਂ ਦੀ ਵੀ ਸਹਾਇਤਾ ਹੋਈ, ਤੂੜੀ ਵੀ ਇਕੱਠੀ ਹੋ ਗਈ, ਤੇ ਉਹ ਤੋਂ ਬਾਅਦ ਵੀ ਪਿੰਡ 'ਚ ਕੁਝ ਰਾਸ਼ੀ ਬਚ ਗਈ, ਜਿਹਦੇ ਵਿੱਚੋਂ ਫਿਰ ਫਾਇਰ ਗ੍ਰੇਡ ਆਪਣੀ ਤਿਆਰ ਕਰ ਲਈ ਪਿੰਡ ਵਾਲਿਆਂ ਨੇ। ਸੋ ਇਸ ਲਈ ਜਦੋਂ ਲੋਕ ਇਕੱਠੇ ਹੋ ਜਾਣ, ਉਹ ਤਾਕਤ ਦਾ, ਫਿਰ ਜਿਹੜੇ ਪਰਿਵਾਰ ਪੀੜਤ ਤੇ ਹੁੰਦੀ ਉਹਨੂੰ ਹੌਸਲਾ ਵੀ ਬਹੁਤ ਵੱਡਾ ਹੁੰਦਾ। ਸੋ ਇਸ ਲਈ ਜਦੋਂ ਆਪਣੇ ਤੇ ਕਿਸੇ ਤੇ ਮੁਸੀਬਤ ਪਵੇ ਤਾਂ ਉਹਨੂੰ ਤੰਜ ਕਸਣ ਦੀ ਬਜਾਏ ਉਹਦੇ ਨਾਲ ਖੜ ਜਾਣਾ ਹੀ ਉਹਦੇ ਲਈ ਤਾਕਤ ਹੁੰਦੀ ਹੈ। ਸੋ ਇਸ ਲਈ ਇਸ ਮੌਕੇ ਇਸ ਵਾਰੀ ਨੂੰ ਤੁਸੀਂ ਬੱਚਿਆਂ ਨਾਲ ਵੀ ਦੇਖ ਕੇ ਲੋੜ ਹੈ ਕਿ ਬੱਚੇ ਸਾਡੇ ਅੱਜ ਕੱਲ੍ਹ ਜਿਹੜੇ ਬਾਹਰ ਪੜ੍ਹਨ ਭੇਜਦੇ ਹਾਂ, ਅਸੀਂ ਦੂਰ ਪੜ੍ਹਨ ਭੇਜਦੇ, ਉਹਨਾਂ ਤੇ ਦਬਾਅ ਇੰਨਾ ਬਣਾਉਂਦੇ ਹਾਂ, ਉਹ ਇਸੇ ਲਈ ਉਹ ਕਈ ਘਟਨਾਵਾਂ ਜੀ ਸਾਹਮਣੇ, ਇਸ ਲਈ ਉਹਨਾਂ ਦਾ ਜੁੜਾਵ, ਹੌਸਲਾ ਤੇ ਆ ਹੌਸਲੇ ਦੀ ਕਹਾਣੀ ਹੈ, ਇਨਸਾਨੀਅਤ ਦੀ ਕਹਾਣੀ ਹੈ ਜਿਹੜੀ ਅਬੋਹਰ ਫਾਜ਼ਿਲਕਾ ਦੇ ਖੇਤਰ 'ਚ ਸਾਹਮਣੇ ਆਈ ਹੈ। ਸੋ ਅਜਿਹੀ ਤਸਵੀਰ ਸੰਕੇਤ ਕਰਦੀ ਹੈ ਕਿ ਸਾਡੇ ਅੰਦਰ ਅਜੇ ਮਾਨਵਤਾ ਮਰੀ ਨਹੀਂ ਹੈ, ਇਨਸਾਨੀਅਤ ਅਜੇ ਜਿੰਦਾ ਹੈ, ਤੇ ਇਹ ਹੋਰਾਂ ਲਈ ਵੀ ਪ੍ਰੇਰਨਾ ਬਣਦੀ ਹੈ। ਇਹਦੇ ਸਾਰੇ ਹੋਰ ਕਿੰਨੇ ਪਿੰਡਾਂ ਦੇ ਵਿੱਚ ਅਜਿਹੀ ਕੋਈ ਪਹਿਲ ਕਦਮੀ ਹੋ ਜਾਂਦੀ ਹੈ। ਸੋ ਚੰਗੀ ਖਬਰ। ਬਿਲਕੁਲ ਬਿਲਕੁਲ ਬਿਲਕੁਲ। ਤਾਂ ਧੰਨਵਾਦ ਦੀਪਕ ਸ਼ਰਮਾ ਚਨਾਰਥ ਜੀ ਨਾਲ ਖਬਰਾਂ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ੍ਹ ਮੁੜ ਹਾਜ਼ਰ ਹੋਵਾਂਗੇ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ।